So plus one class after the cyanobacteria, the last member of the kingdom Monera are archaebacteria. ओके सो मैं टेबल ਦੇ ਵਿੱਚ ਵੀ ਦਿਖਾਇਆ ਸੀ। ਸੋ ਆਰਕੀਬੈਕਟੀਰੀਆ ਜੋ ਹੈ ਠੀਕ ਹੈ, ਸੋ ਸਭ ਤੋਂ ਪੁਰਾਣੇ ਬੈਕਟੀਰੀਆ ਹੈ। ਠੀਕ ਹੈ, ਸੋ ਜਿੰਨਾ ਵੀ ਹਾਰਸ਼ ਇਨਵਾਇਰਮੈਂਟ ਹੋਏ, ਮੀਨਸ ਕਿ ਭਾਵੇਂ ਲੇਕਸ ਦੇ ਵਿੱਚ ਸਾਲਟ ਬਹੁਤ ਜ਼ਿਆਦਾ ਹੋਵੇ, ਡੈਡ ਸੀਜ਼ ਉੱਥੇ ਵੀ ਇਹ ਪਾਏ ਜਾਂਦੇ ਆ ਹੈ ਨਾ। ਸੋ ਜਿੱਦਾਂ ਦੇ ਮਰਜ਼ੀ ਬੁਰੇ ਹਾਲਾਤਾਂ ਦੇ ਵਿੱਚ ਵੀ ਇਹ ਬੈਕਟੀਰੀਆ ਜਿਹੜੇ ਆ ਉਹ ਸਰਵਾਈਵ ਕਰ ਜਾਂਦੇ ਆ, ਆਰਕੀ ਬੈਕਟੀਰੀਆ ਜੋ ਹੁੰਦੇ ਆ। ਠੀਕ ਹੈ, ਜਿਵੇਂ ਕਿ ਸਲਫਰ ਸਪਰਿੰਗਸ, ਹੌਟ ਸਲਫਰ ਸਪਰਿੰਗਸ ਹੈ ਨਾ, ਗਰਮ ਪਾਣੀ ਦੇ ਝਰਨੇ ਜਿਹਦੇ 'ਚ ਸਲਫਰ ਬਹੁਤ ਜ਼ਿਆਦਾ, ਉੱਥੇ ਵੀ ਇਹ ਸਰਵਾਈਵ ਕਰ ਸਕਦੇ ਆ। ਆਰਕੀਬੈਕਟੀਰੀਆ ਦੇ ਜੇਕਰ ਅਸੀਂ ਕਰੈਕਟਰਿਸਟਿਕਸ ਦੇਖੀਏ ਤਾਂ ਇਹਨਾਂ ਦੀ ਸੈੱਲ ਵਾਲ ਦੇ ਵਿੱਚ ਠੀਕ ਹੈ ਪੈਪਟੀਡੋਗਲਾਈਕਨਸ ਐਬਸੈਂਟ ਹੁੰਦੇ ਹੈ ਨਾ। ਸੋ ਜਿੱਦਾਂ ਤੁਸੀਂ ਦੇਖਿਆ ਹੀ ਹੈ ਹਰ ਇੱਕ ਦੀ ਸੈੱਲ ਵਾਲ ਦੇ ਬਾਰੇ 'ਚ, ਮੋਸਟਲੀ ਸੈੱਲ ਵਾਲ ਜਿਹੜੀ ਹੈਗੀ ਹੈ ਜੀ ਸੈਲੂਲੋਜ਼ ਦੀ ਬਣੀ ਹੋਈ ਹੈ, ਕਾਰਬੋਹਾਈਡਰੇਟਸ ਦੀ ਬਣੀ ਹੋਈ ਹੈ, ਸੋ ਲਿਪਿਡਸ ਦੀ ਬਣੀ ਹੋਈ ਹੈ। ਸੋ ਆਰਕੀਬੈਕਟੀਰੀਆ ਦੀ ਜਿਹੜੀ ਸੈੱਲ ਵਾਲ ਹੈਗੀ ਉਹਦੇ ਵਿੱਚ ਪੈਪਟੀਡੋਗਲਾਈਕਨਸ ਜਿਹੜੇ ਆ ਨਹੀਂ ਹੁੰਦੇ ਹੈ। ਠੀਕ ਹੈ, ਜ਼ਿਆਦਾ ਕਰਕੇ ਨੋਨ ਸੈਲੂਲੋਜ਼ਿਕ ਪੋਲੀਸੈਕਰਾਈਡਸ ਦੀ ਹੀ ਬਣੀ ਹੁੰਦੀ ਹੈ, ਪ੍ਰੋਟੀਨ ਦੀ ਬਣੀ ਹੁੰਦੀ ਹੈ ਆਰਕੀਬੈਕਟੀਰੀਆ ਦੀ ਸੈੱਲ ਵਾਲ। ਅੱਛਾ, ਇਹ ਹੁਣ ਬਾਕੀ ਮੈਂਬਰਸ ਨਾਲੋਂ ਥੋੜ੍ਹੇ ਜਿਹੇ ਡਿਫਰੈਂਟ ਹੈਗੇ ਕਿਉਂਕਿ ਅਸੀਂ 3 ਟਾਈਪਸ ਦੇ ਆਰਕੀਬੈਕਟੀਰੀਆ ਜੋ ਹੈ ਪੜ੍ਹਨੇ ਆ। ਸੈੱਲ ਮੈਂਬਰੇਨ ਜਿਹੜੀ ਹੈਗੀ ਉਹਦੇ 'ਚ ਜਿਹੜੇ ਲਿਪਿਡਸ ਹੈਗੇ ਆਰਕੀਬੈਕਟੀਰੀਆ ਦੇ ਵਿੱਚ ਜ਼ਿਆਦਾ ਕਰਕੇ ਗਲਿਸਰੋਲ ਹੁੰਦੀ ਹੈ। ਠੀਕ ਹੈ ਜੀ, ਕਿਹੜੀ ਲਿਪਿਡਸ ਪ੍ਰੈਜ਼ੈਂਟ ਹੈਗੇ ਆ, ਗਲਿਸਰੋਲ। ਓਕੇ, ਸੋ ਹਾਈਡਰੋਕਾਰਬਨ ਚੇਨਸ ਬਣਾਉਂਦੇ ਆ। ਇਸੇ ਤਰੀਕੇ ਦੇ ਨਾਲ ਆਰਕੀਬੈਕਟੀਰੀਆ ਦਾ ਆਰ ਐਨ ਏ ਤਾਂ ਪਤਾ ਹੀ ਹੋਣਾ ਨਾ, ਜਿੱਦਾਂ DNA ਜੈਨੇਟਿਕ ਮਟੀਰੀਅਲ, ਇਸੇ ਤਰੀਕੇ ਦੇ ਨਾਲ RNA ਵੀ ਜੈਨੇਟਿਕ ਮਟੀਰੀਅਲ ਹੈ। ਇਹ ਜ਼ਿਆਦਾ ਕਰਕੇ ਵਾਇਰਸਿਸ ਦੇ ਵਿੱਚ ਜੈਨੇਟਿਕ ਮਟੀਰੀਅਲ ਹੁੰਦਾ, ਤਾਂ ਇਹਦੇ ਅੱਗੇ ਜਿਹੜਾ ਛੋਟਾ ਜਿਹਾ ਆਰ ਪਾਇਆ ਹੋਇਆ, ਕਿਉਂਕਿ RNA 3 ਟਾਈਪਸ ਦੇ ਹੁੰਦੇ ਆ। ਰਾਈਬੋਸੋਮਲ RNA, ਠੀਕ ਹੈ, ਜੇਕਰ ਛੋਟਾ ਆਰ ਅੱਗੇ ਪਾਇਆ ਹੋਇਆ, ਛੋਟੀ ਟੀ ਪਾਈ ਹੋਵੇ ਤਾਂ ਟਰਾਂਸਫਰ RNA ਆ। ਇਹ ਹੁਣ ਤੁਹਾਨੂੰ ਡਿਟੇਲ ਦੇ ਵਿੱਚ ਅੱਗੇ ਜਾ ਕੇ ਆਏਗਾ ਹੈ ਨਾ। ਠੀਕ, ਸੋ ਇਹ ਰਾਈਬੋਸੋਮਲ RNA ਹੈਗੇ ਆ। ਸੋ ਇਹਨਾਂ ਦੇ ਅੰਦਰ ਜਿਹੜਾ ਸੀਕੁਐਂਸ ਹੈਗਾ ਨਿਊਕਲੀਓਟਾਈਡਸ ਦਾ, ਜੈਨੇਟਿਕ ਇਨਫੋਰਮੇਸ਼ਨ ਦਾ, ਨੈਚੁਰਲੀ ਉਹ ਦੂਸਰੇ ਔਰਗੈਨਿਜ਼ਮਸ ਦੇ ਨਾਲੋਂ ਬਿਲਕੁਲ ਡਿਫਰੈਂਟ ਹੈ। ਓਕੇ, ਆਰਕੀਬੈਕਟੀਰੀਆ ਜਿਹੜੇ ਹੈਗੇ 3 ਟਾਈਪਸ ਦੇ ਹੈਗੇ ਆ, ਮਿਥੈਨੋਜਨਸ, ਠੀਕ ਹੈ ਜੀ, ਹੈਲੋਫਾਈਲਸ, ਠੀਕ, ਔਰ ਥਰਮੋਐਸੀਡੋਫਾਈਲਸ। ਮਿਥੈਨੋਜਨਸ ਹੈ ਨਾ, ਸੋ ਐਜ਼ ਦਾ ਨੇਮ ਇੰਡੀਕੇਟ ਮਿਥੈਨੋਜਨਸ ਜਿਹੜੇ ਹੈਗੇ ਆ, ਸੋ ਇਹ ਕੀ ਹੈ, ਸਟਿਕੈਸਟ ਐਨਾਰੋਬ ਹੈ। ਐਨਾਰੋਬ ਪੜ੍ਹੀ ਹੈ, ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਪੜ੍ਹੀ ਹੈ। ਐਰੋਬਿਕ ਅਤੇ ਐਨਾਰੋਬਿਕ ਰੈਸਪੀਰੇਸ਼ਨ ਪੜ੍ਹੀ ਹੈ ਕਿ ਇਹ ਰਿਸਪਾਇਰ ਕਰਦੇ ਆ, ਰੈਸਪੀਰੇਸ਼ਨ ਕਰਦੇ ਆ ਇਨ ਦਾ ਐਬਸੈਂਸ ਆਫ ਆਕਸੀਜਨ ਹੈ ਨਾ। ਠੀਕ ਹੈ, ਸੋ ਇਹ ਮਾਰਸ਼ਿਸ ਦੇ ਵਿੱਚ ਜ਼ਿਆਦਾ ਕਰਕੇ ਪਾਏ ਜਾਂਦੇ ਆ, ਸਵੈਂਪਸ ਦੇ ਵਿੱਚ ਦਲਦਲ ਜਿੱਥੇ ਹੁੰਦੀ ਹੈ ਨਾ, ਉੱਥੇ ਜ਼ਿਆਦਾ ਪਾਏ ਜਾਂਦੇ ਆ। ਐਨੀਮਲਸ ਦੇ ਡਾਈਜੈਸਟਿਵ ਸਿਸਟਮ, ਗੱਟ ਦੇ ਵਿੱਚ ਜ਼ਿਆਦਾ ਪਾਏ ਜਾਂਦੇ ਆ। ਕੌਣ, ਮਿਥੈਨੋਜਨਸ ਹੈ ਨਾ। ਸੋ ਸਟਮਕ ਦਾ ਇੱਕ ਪਾਰਟ ਹੁੰਦਾ, ਜਿਹੜੇ ਹਰਬੀਵੋਰਸ ਐਨੀਮਲਸ ਹੁੰਦੇ ਆ ਨਾ, ਜਿਵੇਂ ਗਾਂ ਹੋ ਗਈ, ਮੱਝ ਹੋ ਗਈ, ਉਹਨਾਂ ਦੇ ਨਾ ਸਟਮਕ ਦਾ ਇੱਕ ਪਾਰਟ ਹੁੰਦਾ ਰਿਊਮਨ, ਉਹਨੂੰ ਕੀ ਕਹਿੰਦੇ ਆ, ਰਿਊਮਨ ਕਹਿੰਦੇ ਆ। ਕਿਉਂਕਿ ਜਿਹੜੇ ਜਾਨਵਰ ਹੁੰਦੇ ਆ, ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ, ਉਹਨਾਂ ਨੇ ਪੱਠੇ ਖਾਣੇ ਹੁੰਦੇ, ਤੁਸੀਂ ਦੇਖਿਆ ਹੀ ਹੋਣਾ ਇੰਨਾ ਕੁ ਤਾਂ। ਗਾਵਾਂ ਮੱਝਾਂ ਇੱਕ ਜਗ੍ਹਾ ਦੇ ਉੱਤੇ ਬੈਠ ਜਾਂਦੀਆਂ, ਤੋਂ ਬੈਠ ਕੇ ਆਪਣੇ ਭੋਜਨ ਨੂੰ ਚੰਗੀ ਤਰ੍ਹਾਂ ਚਬਾਉਂਦੀਆਂ। ਉਹਨਾਂ ਦੇ ਵਿੱਚ ਨਾ ਡਾਈਜੈਸ਼ਨ ਦਾ ਸਿਸਟਮ ਅਲੱਗ ਹੈ। ਉੱਥੇ ਵੀ ਮਿਥੈਨੋਜਨਸ ਜਿਹੜੇ ਆ ਪ੍ਰੈਜ਼ੈਂਟ ਹੁੰਦੇ ਆ ਅਤੇ ਚੰਗੇ ਤਰੀਕੇ ਦੇ ਨਾਲ ਸੈਲੂਲੋਜ਼ ਦੀ ਫਰਮੈਂਟੇਸ਼ਨ ਕਰਦੇ ਆ। ਮਿਥੈਨੋਜਨਸ ਜਿਹੜੇ ਹੈਗੇ ਆ ਉਹ 4 ਤਰ੍ਹਾਂ ਦੇ ਅਲੱਗ-ਅਲੱਗ ਜੈਨਰਾਸ ਦੇ ਵਿੱਚ ਪਾਏ ਜਾਂਦੇ ਆ। 4 ਤਰ੍ਹਾਂ ਦੇ ਜੈਨਰਸ 'ਚ ਜ਼ਿਆਦਾ ਪਾਏ ਜਾਂਦੇ, ਉਹਨਾਂ ਵਿੱਚ ਮੈਂ ਇੱਕ ਬੋਲ ਦਿੰਦੀ ਹਾਂ, ਮਿਥੈਨੋਬੈਕਟੀਰੀਅਮ, ਮਿਥੈਨੋਬੇਸਿਲਸ, ਸਾਰਸੀਨਾ, ਠੀਕ ਹੈ ਜੀ, ਮਿਥੈਨੋਕੋਕਸ। ਕੋਈ ਗੱਲ ਨਹੀਂ, ਸਾਰਿਆਂ ਦੇ ਅੱਗੇ ਮਿਥੈਨੋ ਲੱਗਾ ਹੋਇਆ, ਕੋਈ ਐਡੀ ਗੱਲ ਨਹੀਂ ਹੈਗੀ। ਓਕੇ, ਠੀਕ ਹੈ, ਜਿੰਨੇ ਵੀ ਕੀਮੋਸਿੰਥੈਟਿਕ ਬੈਕਟੀਰੀਆ ਹੈਗੇ ਆ ਉਹ ਮੀਥੇਨ ਗੈਸ ਪ੍ਰੋਡਿਊਸ ਕਰਦੇ ਆ ਜਦੋਂ ਉਹ ਐਨਾਰੋਬਿਕ ਡੀਕੰਪੋਜੀਸ਼ਨ ਕਰਦੇ ਆ ਕਿਸੇ ਵੀ ਆਰਗੈਨਿਕ ਮੈਟਰ ਦੀ। ਦੇਖੋ, ਕਾਰਬਨ ਡਾਈਆਕਸਾਈਡ ਪਲੱਸ ਹਾਈਡਰੋਜਨ, ਮੀਥੇਨ ਗੈਸ ਪ੍ਰੋਡਿਊਸ ਹੋ ਰਹੀ ਹੈ ਅਤੇ ਪਲੱਸ ਵਾਟਰ ਪ੍ਰੋਡਿਊਸ ਹੋ ਰਿਹਾ। ਹੁਣ ਕੀਮੋਸਿੰਥੈਟਿਕ ਬੈਕਟੀਰੀਆ ਪਹਿਲਾਂ ਵੀ ਦੱਸੇ ਸੀਗੇ, ਉਹ ਬੈਕਟੀਰੀਆ ਜਿਹੜੇ ਕਿ ਰੈਸਪੀਰੇਸ਼ਨ ਕਰਦੇ ਆ, ਠੀਕ ਹੈ, ਸੋ ਫੋਟੋਸਿੰਥਸਿਸ ਕਰਦੇ ਆ, ਮਤਲਬ ਆਪਣਾ ਫੂਡ ਬਣਾਉਂਦੇ ਆ। ਠੀਕ ਹੈ, ਸੋ ਕੈਮੀਕਲਸ ਤੋਂ ਐਨਰਜੀ ਲੈ ਕੇ, ਓਕੇ, ਉਹਨਾਂ ਨੂੰ ਕਹਿ ਦਿੰਦੇ ਆ। ਜਿਵੇਂ ਫੋਟੋਸਿੰਥੈਟਿਕ ਕਿਹੜੇ ਹੋ ਗਏ, ਜਿਹੜੇ ਕਿ ਸਨਲਾਈਟ ਤੋਂ ਐਨਰਜੀ ਲੈ ਕੇ ਆਪਣਾ ਫੂਡ ਬਣਾਉਂਦੇ ਆ। ਠੀਕ ਹੈ ਜੀ, ਸੋ ਇਹ ਬੈਕਟੀਰੀਆ ਨੇ। ਇਸੇ ਤਰੀਕੇ ਦੇ ਨਾਲ ਲਿਸਟੋ ਕਲਾਸਟਿਕ ਮਿਥੈਨੋਜਨਸ ਹੈਗੇ ਨੇ, ਜਿਹੜੇ ਕਿ ਐਸਟਿਕ ਐਸਿਡ ਨੂੰ ਵੀ ਮੀਥੇਨ ਅਤੇ ਕਾਰਬਨ ਡਾਈਆਕਸਾਈਡ ਦੇ ਵਿੱਚ ਕਨਵਰਟ ਕਰ ਦਿੰਦੇ ਆ। ਇਹ ਮੈਂ ਕੀ ਪੜ੍ਹਾ ਰਹੀ ਹਾਂ, ਮੈਂ ਆਰਕੀਬੈਕਟੀਰੀਆ ਲਾਸਟ ਮੈਂਬਰ ਪੜ੍ਹਾ ਰਹੀ ਹਾਂ ਕਿੰਗਡਮ ਮੋਨੀਰਾ ਦਾ। ਠੀਕ ਹੈ, ਸੋ ਇਹ ਉਹਦੀਆਂ ਟਾਈਪਸ ਹੈ, ਨਾਮ ਤੋਂ ਪਤਾ ਲੱਗਦਾ ਪਿਆ ਮਿਥੈਨੋਜਨਸ ਹੈਗੇ ਆ। ਮਿਥੈਨੋਜਨ ਆਰਕੀਬੈਕਟੀਰੀਆ ਹੈਗੇ ਆ, ਸੋ ਮੀਥੇਨ ਦੀ ਪ੍ਰੋਡਕਸ਼ਨ ਕਰਵਾ ਰਹੇ ਹੈ, ਇਹੀ ਦੇਖਣ 'ਚ ਪਤਾ ਲੱਗ ਰਿਹਾ। ਇਸੇ ਤਰੀਕੇ ਦੇ ਨਾਲ ਕੈਟਲ ਡੰਗ, ਗਾਵਾਂ ਮੱਝਾਂ ਦਾ ਜਿਹੜਾ ਗੋਇਆ ਹੈਗਾ ਉਹਦੀ ਵੀ ਫਰਮੈਂਟੇਸ਼ਨ ਕਰਦੇ ਆ ਮਿਥੈਨੋਜਨਸ ਹੈ ਨਾ। ਜਿਵੇਂ ਕਿ ਗੋਬਰ ਗੈਸ ਪਲਾਂਟ, ਇਹ ਤਾਂ ਛੋਟੇ ਤੋਂ ਛੋਟੇ ਬੱਚੇ ਨੂੰ ਵੀ ਪਤਾ ਹੁੰਦਾ, 10th ਕਲਾਸ ਦੇ ਵਿੱਚ ਵੀ ਪੜ੍ਹੇ ਸੀ ਨਾ। ਠੀਕ ਹੈ, ਸੋ ਗੋਬਰ ਗੈਸ ਤਿਆਰ ਕੀਤੀ ਜਾਂਦੀ ਹੈ। ਠੀਕ ਹੈ, ਸੋ ਜਿਹੜੇ ਕਿ ਕੁਕਿੰਗ ਗੈਸ ਹੈ ਹੈ ਨਾ, ਫਿਊਲ ਦੇ ਤੌਰ 'ਤੇ ਯੂਜ਼ ਕੀਤੀ ਜਾਂਦੀ ਹੈ। ਸੋ ਇਹ ਵੀ ਮਿਥੈਨੋਜਨਸ ਦੀ ਹੈਲਪ ਨਾਲ ਕੀਤੀ ਜਾਂਦੀ ਹੈ। ਠੀਕ ਹੈ ਜੀ, ਜੇਕਰ ਮਿਥੈਨੋਜਨਸ ਜਿਹੜੇ ਹੈਗੇ ਆ ਉਹਨਾਂ ਨੂੰ ਹੋਰ ਐਨੀਮਲ ਵੇਸਟ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਬਾਇਓਗੈਸ ਵੀ ਪ੍ਰੋਡਿਊਸ ਹੋ ਜਾਂਦੀ ਹੈ। ਨਹੀਂ, ਬਾਇਓਗੈਸ ਵੀ ਜਿਹੜੀ ਹੈਗੀ ਇਲੈਕਟ੍ਰੀਸਿਟੀ ਨੂੰ ਪ੍ਰੋਡਿਊਸ ਕਰਨ ਲਈ ਯੂਜ਼ ਕੀਤੀ
ਜਾਂਦੀ ਹੈ, ਜਨਰੇਟਰ ਚਲਾਉਣ ਦੇ ਲਈ ਪ੍ਰੋਡਿਊਸ ਕੀਤੀ ਜਾਂਦੀ ਹੈ। ਤਾਂ ਕਿੰਨੇ ਯੂਸਫੁਲ ਹੈਗੇ ਆ ਬੈਕਟੀਰੀਆ। ਅੱਗੇ ਤੁਹਾਡੇ ਕੋਲ ਆ ਗਏ ਹੈਲੋਫਾਈਲਸ ਜਾਂ ਫਿਰ ਹੈਲੋਫਿਲਿਕ ਆਰਕੀ ਬੈਕਟੀਰੀਆ ਹੁੰਦੇ ਆ। ਸੋ ਇਹ ਵੀ ਸਾਲਟ ਲਵਰਸ ਹੈ, ਜਿੱਥੇ ਜਿਸ ਪਾਣੀ ਦੇ ਵਿੱਚ ਠੀਕ ਹੈ ਨਮਕ ਬਹੁਤ ਜ਼ਿਆਦਾ ਹੋਏਗਾ, ਸੈਲਾਈਨ ਇਨਵਾਇਰਮੈਂਟ ਹੋਏਗਾ, ਇਹ ਉੱਥੇ ਬਹੁਤ ਜ਼ਿਆਦਾ ਪਾਏ ਜਾਣਗੇ ਹੈ ਨਾ। ਹੈਲੋਫਾਈਲਸ ਜਿਹੜੇ ਡੀਪ ਸੀਜ਼ ਦੇ ਵਿੱਚ ਵੀ ਪਾਏ ਜਾਂਦੇ ਆ, ਜਿੱਥੇ ਕਿ ਟੈਂਪਰੇਚਰ ਹੈ ਨਾ ਕਿੰਨਾ 110 ਡਿਗਰੀ ਸੈਲਸੀਅਸ ਹੋ ਸਕਦਾ। ਦੇਖੋ ਇੰਨੇ ਟੈਂਪਰੇਚਰ ਦੇ ਉੱਤੇ ਵੀ ਇਹ ਸਰਵਾਈਵ ਕਰ ਜਾਂਦੇ ਆ। ਸਟਰੋਂਗ ਲਾਈਟ ਦੇ ਵਿੱਚ ਹੈਲੋਫਾਈਟਸ ਜਿਹੜੇ ਹੈਗੇ ਆ, ਉਹਨਾਂ ਦੇ ਵਿੱਚ ਪਿਗਮੈਂਟਸ ਵੀ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ। ਜ਼ਿਆਦਾ ਲਾਈਟ ਜੇਕਰ ਮਿਲੇ ਨਾ ਇਹਨਾਂ ਬੈਕਟੀਰੀਆ ਨੂੰ, ਦੇਖੋ ਕਿੰਨੇ ਮਤਲਬ ਕਿ ਯੂਸਫੁਲ ਹੈਗੀਆਂ ਅਤੇ ਕਿੰਨੇ ਇਹਨਾਂ ਦੇ ਡਿਫਰੈਂਟ ਕਰੈਕਟਰਿਸਟਿਕਸ ਹੈਗੇ ਨੇ ਆਰਕੀ ਬੈਕਟੀਰੀਆ ਦੇ ਨਾ। ਤਾਂ ਪਰਪਲ ਕਲਰ ਦੀ ਮੈਂਬਰੇਨ ਹੋ ਜਾਂਦੀ ਹੈ, ਉਹਨਾਂ ਦੇ ਵਿੱਚ ਪਿਗਮੈਂਟ ਆ ਜਾਂਦਾ। ਜੇਕਰ ਪੁੱਛਿਆ ਜਾਵੇ ਤਾਂ ਕਹਿ ਸਕਦੇ ਹੋ ਬੈਕਟੀਰੀਓ ਔਰਫੋਡੋਸਪਿਨ, ਠੀਕ ਹੈ, ਸਿਨ ਬੈਕਟੀਰੀਆ ਪਾਇਆ ਜਾਂਦਾ, ਠੀਕ ਹੈ ਜੀ। ਸੋ ਜਿਹੜਾ ਕਿ ਇਹਨਾਂ ਨੂੰ ਕਲਰ ਪ੍ਰੋਵਾਈਡ ਕਰਦਾ ਹੈ, ਠੀਕ। ਅਗਰ ਤੁਹਾਡੇ ਕੋਲ ਲਾਸਟ ਆ ਕੇ ਤੁਹਾਡੇ ਕੋਲ ਥਰਮੋ ਐਸੀਡੋਫਾਈਲਸ ਹੈ ਨਾ। ਸੋ ਇਹ ਆਰਕੀ ਬੈਕਟੀਰੀਆ ਜਿਹੜੇ ਹੈਗੇ ਆ ਹੋਟ ਐਸਿਡਿਕ ਵਾਟਰ ਦੇ ਵਿੱਚ ਵੀ ਰਹਿ ਸਕਦੇ ਆ, ਸਲਫਰ ਸਪਰਿੰਗਸ ਦੇ ਵਿੱਚ ਵੀ ਰਹਿ ਸਕਦੇ ਆ, 80 ਡਿਗਰੀ ਸੈਲਸੀਅਸ ਟੈਂਪਰੇਚਰ ਨੂੰ ਟੋਲਰੇਟ ਕਰ ਸਕਦੇ ਆ। ਅਤੇ pH ਵੈਲਿਊ ਕਿੰਨੀ ਟੋਲਰੇਟ ਕਰ ਸਕਦੇ ਆ? 2, ਠੀਕ। ਮੀਨਸ ਕਿ ਐਸਿਡਿਕ, ਹਾਈਲੀ ਐਸਿਡਿਕ ਇੱਦਾਂ ਦੇ ਇਨਵਾਇਰਮੈਂਟ ਦੇ ਵਿੱਚ ਵੀ ਰਹਿ ਸਕਦੇ ਆ। ਐਰੋਬਿਕ ਕੰਡੀਸ਼ਨਸ ਦੇ ਅੰਡਰ ਇਹ ਆਰਗੇਨਾਈਜ਼ਮ ਜਿਹੜੇ ਹੈਗੇ ਆ ਕੀ ਕਰਦੇ ਆ, ਸਲਫਰ ਨੂੰ ਆਕਸੀਡਾਈਜ਼ ਕਰਦੇ ਆ, ਠੀਕ ਹੈ। ਸਲਫਰ ਪਲੱਸ ਵਾਟਰ ਪਲੱਸ ਆਕਸੀਜਨ ਤੇ ਕੀ ਪ੍ਰੋਡਿਊਸ ਕਰਦੇ ਆ, ਸਲਫਿਊਰਿਕ ਐਸਿਡ ਪਲੱਸ ਐਨਰਜੀ, ਠੀਕ ਹੈ। ਸੋ ਦੇਖੋ ਥਰਮੋ ਸ਼ਬਦ ਜੋ ਹੈਗਾ ਕਿਹਦੇ ਲਈ ਯੂਜ਼ ਕੀਤਾ ਜਾਂਦਾ, ਟੈਂਪਰੇਚਰ ਦੇ ਲਈ ਯੂਜ਼ ਕੀਤਾ ਜਾਂਦਾ ਨਾ, ਠੀਕ ਹੈ। ਸੋ 80 ਡਿਗਰੀ ਸੈਲਸੀਅਸ ਟੈਂਪਰੇਚਰ ਇਹ ਟੋਲਰੇਟ ਕਰ ਸਕਦੇ ਆ ਹੈ ਨਾ ਐਨਾਰੋਬਿਕ ਕੰਡੀਸ਼ਨਸ ਦੇ ਵਿੱਚ, ਠੀਕ ਹੈ ਜੀ। ਸੋ ਇਹ ਜਿਹੜੇ ਬੈਕਟੀਰੀਆ ਹੈਗੇ ਸਲਫਰ ਨੂੰ ਕਾਹਦੇ ਵਿੱਚ ਬਦਲ ਦਿੰਦੇ ਆ, ਹਾਈਡਰੋਜਨ ਸਲਫਾਈਡ 'ਚ। ਧਿਆਨ ਦੇ ਨਾਲ ਸਮਝਣਾ ਗੱਲ ਨੂੰ। ਐਰੋਬਿਕ ਕੰਡੀਸ਼ਨਸ ਮੀਨਸ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ, ਠੀਕ ਹੈ ਜੀ। ਸੋ ਇਹ ਬੈਕਟੀਰੀਆ ਸਲਫਰ ਨੂੰ ਕਾਹਦੇ 'ਚ ਕਨਵਰਟ ਕਰ ਦਿੰਦੇ ਆ, ਸਲਫਿਊਰਿਕ ਐਸਿਡ 'ਚ। ਆਕਸੀਜਨ ਦੀ ਐਬਸੈਂਸ ਦੇ ਵਿੱਚ ਇਹ ਸਲਫਰ ਨੂੰ ਕਾਹਦੇ ਵਿੱਚ ਬਦਲ ਦਿੰਦੇ ਆ, ਹਾਈਡਰੋਜਨ ਸਲਫਾਈਡ ਦੇ ਵਿੱਚ। ਸੋ ਆਰਕੀ ਬੈਕਟੀਰੀਆ ਨੂੰ ਬਹੁਤ ਇੰਪੋਰਟੈਂਟ ਪੁਆਇੰਟ ਆ ਗਿਆ ਤੁਹਾਡੇ ਕੋਲ, ਓਲਡੈਸਟ ਆਫ ਦਾ ਲਿਵਿੰਗ ਫੋਸਿਲਸ ਕਹਿੰਦੇ ਆ। ਕਿਉਂਕਿ ਤੁਸੀਂ ਕਹਿਣਾ ਫੋਸਿਲਸ ਤਾਂ ਉਹ ਹੁੰਦੇ ਆ ਜਿਹੜੇ ਕਿ ਆਰਗੇਨਿਜ਼ਮ ਬੜੇ ਸਾਲਾਂ ਤੋਂ ਮਰ ਗਏ, ਗਲ ਸੜ ਗਏ ਆ ਨਾ। ਇਹਨਾਂ ਨੂੰ ਓਲਡੈਸਟ ਆਫ ਦਾ ਲਿਵਿੰਗ ਫੋਸਿਲ ਕਿਉਂ ਕਹਿੰਦੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਆਰਕੀ ਬੈਕਟੀਰੀਆ ਜਿਹੜੇ ਆ ਸਭ ਤੋਂ ਪੁਰਾਣੇ ਬੈਕਟੀਰੀਆ ਹੈ ਦੁਨੀਆ ਦੇ ਉੱਪਰ, ਹੈ ਨਾ, ਠੀਕ ਹੈ। ਸੋ ਉਹਨਾਂ ਨੇ ਜਿੰਨੀ ਵੀ ਜ਼ਿੰਦਗੀ ਬੀਤੀ ਹੈ, ਲਾਈਫ ਜਿੰਨੀ ਵੀ ਬਿਤਾਈ ਹੈ ਨਾ ਬੈਕਟੀਰੀਆ ਨੇ, ਉਹ ਸਾਰੀ ਇਹਨਾਂ ਨੇ ਟੋਲਰੇਟ ਕੀਤੀ ਹੋਈ ਹੈ, ਠੀਕ ਹੈ। ਸੋ ਅਲੱਗ-ਅਲੱਗ ਤਰ੍ਹਾਂ ਦੇ ਹਾਲਾਤ ਜਿਹੜੇ ਹੈਗੇ ਇਹਨਾਂ ਬੈਕਟੀਰੀਆ ਨੇ ਟੋਲਰੇਟ ਕੀਤੇ ਹੋਏ ਆ। ਸੋ ਇਹ ਓਲਡੈਸਟ ਫੋਰਮ ਹੈਗੀ ਆ ਲਾਈਫ ਦੀ, ਹੈ ਨਾ, ਠੀਕ ਹੈ। ਸੋ ਜਦੋਂ ਦੀ ਅਰਥ ਬਣੀ ਹੈ, ਜਿਓਲੋਜੀਕਲ ਚੇਂਜਿਸ ਜਿੰਨੀਆਂ ਵੀ ਅਰਥ 'ਤੇ ਆਈਆਂ ਸੀ ਉਹ ਸਾਰੀਆਂ ਇਹਨਾਂ ਬੈਕਟੀਰੀਆ ਨੇ ਟੋਲਰੇਟ ਕੀਤੀਆਂ ਹੋਈਆਂ। ਇਸ ਕਰਕੇ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਓਲਡੈਸਟ ਆਫ ਦਾ ਲਿਵਿੰਗ ਫੋਸਿਲ। ਇਹਦੇ ਨਾਲ ਤੁਹਾਡੀ ਕਿੰਗਡਮ ਮੋਨੀਰਾ ਜੋ ਹੈ ਉਹ ਖਤਮ ਹੈ। ਅੱਗੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਬਾਇਓਲੋਜੀਕਲ ਕਲਾਸੀਫਿਕੇਸ਼ਨ ਦੇ ਵਿੱਚ। ਤੁਸੀਂ ਆਪ ਹੀ ਹੁਣ ਦੇਖ ਰਹੇ ਹੋਵੋਗੇ ਕਿ ਕਿੰਨੀ ਜ਼ਿਆਦਾ ਡਿਟੇਲ ਹੈ ਨਾ, ਠੀਕ ਹੈ। ਸੋ ਅਸੀਂ ਅੱਗੇ ਸ਼ੁਰੂ ਕਰਨ ਜਾ ਰਹੇ ਹਾਂ। ਹਜੇ ਸੈਕਿੰਡ ਚੈਪਟਰ ਦੇ ਵਿੱਚ ਕਿੰਗਡਮ ਮੋਨੀਰਾ ਖਤਮ ਹੋਈ ਹੈ। ਅੱਗੇ ਤੁਹਾਡੇ ਕੋਲ ਕਿੰਗਡਮ ਪ੍ਰੋਟਿਸਟਾ, ਜੋ ਜਿਹਦਾ ਮੈਂ ਤੁਹਾਨੂੰ ਚਾਰਟ ਜੋ ਹੈ ਉਹ ਭੇਜਿਆ ਸੀ। ਉਮੀਦ ਹੈ ਕਿ ਤੁਸੀਂ ਬਣਾ ਲਿਆ ਹੋਏਗਾ। ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੁਬਾਰਾ ਚਾਰਟ ਦਿਖਾ ਦਿੰਦੀ ਹਾਂ। ਕਿੰਗਡਮ ਪ੍ਰੋਟਿਸਟਾ ਦੇ ਵਿੱਚ, ਠੀਕ ਹੈ ਜੀ, ਅਸੀਂ 3 ਤਰ੍ਹਾਂ ਦੇ ਪ੍ਰੋਟਿਸਟ ਨੇ, ਫੋਟੋਸਿੰਥੈਟਿਕ ਪ੍ਰੋਟਿਸਟ, ਸਲਾਈਮ ਮੋਲਡਸ ਐਂਡ ਦਾ ਪ੍ਰੋਟੋਜੋਨ ਪ੍ਰੋਟਿਸਟਸ, ਓਕੇ। ਫੋਟੋਸਿੰਥੈਟਿਕ ਦੇ ਵਿੱਚ ਤੁਹਾਡੇ ਕੋਲ ਡਾਇਨੋਫਲੈਜੀਲੇਟਸ, ਡਾਈਟਮਸ ਤੇ ਯੂਗਲੀਨਾ ਆ ਜਾਂਦੇ ਆ, ਓਕੇ। ਸਲਾਈਮ ਮੋਲਡਸ ਦੇ ਵਿੱਚ ਤੁਹਾਡੇ ਕੋਲ ਕੰਜ਼ਿਊਮਰਸ ਤੇ ਡੀਕੰਪੋਜ਼ਰਸ, ਠੀਕ ਹੈ ਜੀ, ਆ ਜਾਂਦੇ ਆ। ਐਨੀਮਲਸ ਐਂਡ ਫੰਜਾਈ, ਹੈ ਨਾ। ਇਹਦੇ 'ਚ ਉਹ ਪਰ ਐਨੀਮਲਸ ਨਹੀਂ, ਉਹ ਕਿੰਗਡਮ ਐਨੀਮੀਲੀਆ 'ਚ ਹੀ ਆਣੇ ਜਿਹੜੇ ਅਸਲੀ ਐਨੀਮਲ ਹੁੰਦੇ ਆ, ਹੈ ਨਾ, ਠੀਕ ਹੈ। ਸੋ ਅਲੱਗ ਹੀ ਤਰ੍ਹਾਂ ਦੇ ਔਰਗੇਨਿਜ਼ਮ ਹੈ ਇਹਦੇ ਅੰਦਰ, ਠੀਕ ਹੈ ਜੀ। ਜਿਹੜੇ ਸਲਾਈਮ ਮੋਲਡਸ ਹੈ ਨਾ, ਇਹ ਕਿੰਗਡਮ ਪ੍ਰੋਟਿਸਟਾ ਦੇ ਅੰਡਰ ਆ ਰਹੇ ਹੈ। ਇਹਦੇ ਵਿੱਚ ਇੱਦਾਂ ਦੇ ਔਰਗੇਨਿਜ਼ਮ ਆਣੇ ਹੈ, ਠੀਕ ਹੈ, ਜਿਹਦੇ 'ਚ ਐਨੀਮਲ ਵਾਲੇ ਕਰੈਕਟਰ ਵੀ ਹੋਣਗੇ ਅਤੇ ਫੰਜਾਈ ਵਾਲੇ ਕਰੈਕਟਰ ਵੀ ਹੋਣਗੇ, ਓਕੇ। ਪ੍ਰੋਟੋਜੋਨ ਪ੍ਰੋਟਿਸਟਸ ਦੇ ਵਿੱਚ ਤੁਹਾਡੇ ਕੋਲ ਕੌਣ ਆ ਜਾਂਦਾ, ਯੂਓਫਲੈਜੀਲੇਟਸ, ਸਾਰਕੋਡਿਨਸ ਆ ਜਾਂਦੇ ਆ, ਸਪੋਰੋਜੋਨਸ ਆ ਜਾਂਦੇ ਆ ਅਤੇ ਸਿਲੀਏਟਸ ਆ ਜਾਂਦੇ ਆ, ਹੈ ਨਾ। ਸੋ ਇਹਨਾਂ ਵਿੱਚ ਤੁਹਾਨੂੰ ਥੋੜ੍ਹੇ ਬਹੁਤਿਆਂ ਬਾਰੇ ਪਤਾ, ਜਿਨ੍ਹਾਂ ਦੇ ਕੋਲ ਸੀਲੀਆ ਹੁੰਦੇ ਜੀ, ਪੈਰਾਮੀਸ਼ੀਅਮ, ਓਕੇ, ਠੀਕ ਹੈ। ਸੋ ਸਾਰਕੋਡਿਨਸ ਦੇ ਵਿੱਚ ਅਮੀਬਾ, ਇਹ ਤੁਸੀਂ ਥੋੜ੍ਹੇ ਬਹੁਤੇ ਸੁਣੇ ਹੋਏ ਆ, ਓਕੇ। ਸੋ ਇਸ ਤਰੀਕੇ ਦੇ ਨਾਲ ਕਿੰਗਡਮ ਪ੍ਰੋਟਿਸਟਾ ਦੇ ਵਿੱਚ ਇਹ ਸਾਰੇ ਮੈਂਬਰ ਆਣੇ ਆ। ਪਰ ਮੈਂ ਤੁਹਾਨੂੰ ਜਰਨਲ ਕਰੈਕਟਰਿਸਟਿਕਸ ਪੜ੍ਹਾਉਣੇ ਆ। ਇਹ ਸਾਰੇ ਅੱਗੋਂ ਮੈਂਬਰਸ ਜਿਹੜੇ ਹੈਗੇ ਆ ਤੁਸੀਂ ਆਪਣੀ ਨੌਲੇਜ ਦੇ ਲਈ ਪੜ੍ਹ ਸਕਦੇ ਹੋ। ਸੋ ਮੈਂ ਚੱਲੀ ਹਾਂ ਹੁਣ, ਠੀਕ ਹੈ। ਸੋ ਕਿੰਗਡਮ ਪ੍ਰੋਟਿਸਟਾ ਜੋ ਹੈਗੀ ਆ ਉਹਦੇ ਜਰਨਲ ਕਰੈਕਟਰਿਸਟਿਕਸ ਅਸੀਂ ਪੜ੍ਹਨ ਜਾ ਰਹੇ ਹਾਂ। ਕਿੰਗਡਮ ਪ੍ਰੋਟਿਸਟਾ ਦੇ ਵਿੱਚ ਹੁਣ ਜਿੱਦਾਂ ਮੈਂ ਬਾਰ-ਬਾਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਸੀ, ਕਿੰਗਡਮ ਮੋਨੀਰਾ ਦੇ ਵਿੱਚ ਪ੍ਰੋਕੈਰੀਓਟਸ ਆਏ ਸੀਗੇ ਜਿਨ੍ਹਾਂ ਦੇ ਕੋਲ ਟਰੂ ਨਿਊਕਲੀਅਸ ਨਹੀਂ ਸੀਗਾ, ਨਿਊਕਲੀਅਰ ਮਟੀਰੀਅਲ ਦੇ ਆਲੇ ਦੁਆਲੇ ਕੋਈ ਵੀ ਨਿਊਕਲੀਅਰ ਮੈਂਬਰੇਨ ਨਹੀਂ ਸੀ। ਸੋ ਕਿੰਗਡਮ ਪ੍ਰੋਟਿਸਟਾ ਦੇ ਵਿੱਚ ਯੂਨੀਸੈਲੂਲਰ ਯੂਕੈਰੀਓਟਿਕ ਆਰਗੇਨਿਜ਼ਮਸ ਹੁਣ ਆਉਣੇ ਸ਼ੁਰੂ ਹੋ ਗਏ। ਕਿਉਂਕਿ ਹੁਣ ਅੱਗੇ ਤੋਂ ਅੱਗੇ ਐਡਵਾਂਸਮੈਂਟ ਹੋਈ ਜਾਣੀ ਹੈ। ਸੋ ਇਸ ਕਿੰਗਡਮ ਦੇ ਵਿੱਚ ਇੱਕ ਸੈੱਲ ਵਾਲੇ, ਠੀਕ ਹੈ, ਟਰੂ ਨਿਊਕਲੀਅਸ ਵਾਲੇ ਮਾਈਕਰੋ ਆਰਗੇਨਿਜ਼ਮ ਆਉਣੇ ਸ਼ੁਰੂ ਹੋ ਗਏ ਹੈ,
ਓਕੇ, ਠੀਕ ਹੈ। ਸੋ ਇਹ ਕਿੰਗਡਮ ਪ੍ਰੋਟਿਸਟਾ ਦੇ ਜਿਹੜੇ ਮੈਂਬਰ ਹੈਗੇ ਆ ਉਹ ਇਕੱਲੇ ਵੀ ਰਹਿ ਸਕਦੇ ਆ, ਉਹ ਕਲੋਨੀਜ਼ ਬਣਾ ਕੇ ਵੀ ਰਹਿ ਸਕਦੇ ਆ, ਹੈ ਨਾ। ਜ਼ਿਆਦਾ ਕਰਕੇ ਵਾਟਰ ਡਵੈਲਿੰਗ ਹੁੰਦੇ ਆ, ਮਤਲਬ ਪਾਣੀ ਦੇ ਸਰਫੇਸ ਦੇ ਉੱਤੇ ਫਲੋਟ ਕਰਦੇ ਰਹਿੰਦੇ ਆ ਜਿੰਨੇ ਵੀ ਕਿੰਗਡਮ ਪ੍ਰੋਟਿਸਟਾ ਦੇ ਜਿਹੜੇ ਮੈਂਬਰਸ ਹੈਗੇ ਆ। ਓਕੇ, ਠੀਕ ਹੈ। ਸੋ ਵਾਟਰ ਡਵੈਲ ਇਹਨਾਂ ਨੂੰ ਪਲੈਂਕਟਨਸ ਵੀ ਕਹਿੰਦੇ ਆ, ਠੀਕ ਹੈ, ਜਿਹੜੇ ਪਾਣੀ ਦੇ ਸਰਫੇਸ ਦੇ ਉੱਤੇ ਫਲੋਟ ਕਰਦੇ ਰਹਿੰਦੇ ਆ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਕਿੰਗਡਮ ਪ੍ਰੋਟਿਸਟਾ ਜਿਹੜੀ ਹੈਗੀ ਆ ਨਾ, ਉਹ ਵਿਚਕਾਰ ਆ ਰਹੀ ਹੈ ਕਿਹਦੇ, ਇਸ ਸਾਈਡ 'ਤੇ ਇੱਧਰਲੇ ਪਾਸੇ ਕਿੰਗਡਮ ਮੋਨੀਰਾ ਸੀਗੀ, ਅਤੇ ਇਸ ਤੋਂ ਅੱਗੇ ਜਿੰਨੀਆਂ ਵੀ ਕਿੰਗਡਮ ਆਉਣੀਆਂ, ਪਤਾ ਨਾ ਤੁਹਾਨੂੰ ਕਿਹੜੀਆਂ ਆਉਣੀਆਂ, ਫੰਜਾਈ, ਪਲਾਂਟੀ ਅਤੇ ਐਨੀਮੀਲੀਆ। ਸੋ ਇਹਨਾਂ ਦੇ ਵਿਚਕਾਰ ਆ ਜਾਂਦੀ ਹੈ ਕਿੰਗਡਮ ਪ੍ਰੋਟਿਸਟਾ। ਕਿਉਂਕਿ ਇਹਦੇ ਤੋਂ ਸ਼ੁਰੂ ਹੋ ਜਾਣੇ ਆ ਹੁਣ ਯੂਕੈਰੀਓਟਸ। ਓਕੇ, ਸੋ ਜਨਰਲ ਕਰੈਕਟਰਿਸਟਿਕਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਗਏ ਹੈਬੀਟੈਟ। ਹੈਬੀਟੈਟ ਦਾ ਮਤਲਬ ਪਤਾ, ਪ੍ਰੋਟਿਸਟਸ ਕਿੱਥੇ ਪਾਏ ਜਾਂਦੇ ਆ, ਅਕਵੈਟਿਕ ਔਰਗੈਨਿਜ਼ਮਸ ਹੈ, ਨੈਚੁਰਲੀ ਪਾਣੀ ਦੇ ਵਿੱਚ ਹੀ ਪਾਏ ਜਾਂਦੇ ਹੋਣਗੇ, ਸੀ ਦੇ ਵਿੱਚ, ਫਰੈਸ਼ ਵਾਟਰ ਦੇ ਵਿੱਚ, ਮੋਇਸਟ ਸੋਇਲ ਦੇ ਵਿੱਚ ਵੀ ਪਾਏ ਜਾਂਦੇ ਆ, ਹੈ ਨਾ। ਠੀਕ ਹੈ, ਸੋ ਇਹ ਐਨੀਮਲ ਦੀ ਬੋਡੀ ਦੇ ਉੱਪਰ ਵੀ ਰਹਿੰਦੇ ਹੈ, ਕਿਸੇ ਵੀ ਜਾਨਵਰ ਦੇ ਅੰਦਰ ਵੀ ਰਹਿ ਸਕਦੇ ਆ, ਪੈਰਾਸਾਈਟਸ ਦੀ ਤਰ੍ਹਾਂ ਨਹੀਂ। ਠੀਕ ਹੈ, ਸੋ ਡਿਜ਼ੀਜ਼ਸ ਵੀ ਕਰ ਦਿੰਦੇ ਉਹਨਾਂ ਦੇ ਅੰਦਰ, ਹੈ ਨਾ। ਠੀਕ ਹੈ, ਸੋ ਮੈਂ ਕੀ ਕਿਹਾ ਸੀ ਕਿ ਜ਼ਿਆਦਾ ਕਰਕੇ ਪਾਣੀ ਦੇ ਸਰਫੇਸ ਦੇ ਉੱਤੇ ਪਾਏ ਜਾਂਦੇ ਆ। ਸੋ ਬੱਚੇ ਉਹਦੇ ਲਈ ਸ਼ਬਦ ਯੂਜ਼ ਕੀਤਾ ਜਾਂਦਾ ਪਲੈਂਕਟਨਸ, ਬਹੁਤ ਇੰਪੋਰਟੈਂਟ ਟਰਮ, ਇਹਨੂੰ ਯਾਦ ਰੱਖਿਓ। ਠੀਕ ਹੈ, ਕਿਉਂਕਿ ਫਾਈਟੋ ਪਲੈਂਕਟਨਸ ਅਤੇ ਯੂ ਪਲੈਂਕਟਨਸ ਵੀ ਟਰਮਸ ਆਉਂਦੀਆਂ ਨੇ। ਫਾਈਟੋ ਪਲੈਂਕਟਨਸ ਜੇਕਰ ਪਲਾਂਟਸ ਹੈਗੇ ਆ ਫ੍ਰੀ ਫਲੋਟਿੰਗ ਤਾਂ ਫਾਈਟੋ ਪਲੈਂਕਟਨਸ, ਜੇਕਰ ਐਨੀਮਲਸ ਹੈਗੇ ਆ ਫ੍ਰੀ ਫਲੋਟਿੰਗ ਪਾਣੀ ਦੇ ਸਰਫੇਸ ਦੇ ਉੱਤੇ ਤਾਂ ਫਿਰ ਯੂ ਪਲੈਂਕਟਨ। ਓਕੇ, ਸੋ ਕਨਫਿਊਜ਼ਡ ਨਹੀਂ ਹੋਣਾ। ਪਲੈਂਕਟਨਸ ਕਿਉਂ ਸ਼ਬਦ ਯੂਜ਼ ਕੀਤਾ ਗਿਆ ਕਿ ਜ਼ਿਆਦਾ ਕਰਕੇ ਇਹ ਵਾਟਰ ਡਵੈਲਿੰਗ ਹੁੰਦੇ ਆ ਕਿੰਗਡਮ ਪ੍ਰੋਟਿਸਟਾ ਦੇ ਮੈਂਬਰਸ। ਓਕੇ, ਠੀਕ ਹੈ। ਸੋ ਕਈ ਤਰ੍ਹਾਂ ਦੇ ਮੈਂਬਰਸ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਿੱਤੇ ਆ ਟੇਬਲ ਤੋਂ, ਹੈ ਨਾ। ਸੋ ਇਹਦੇ 'ਚ ਡਾਈਟਮਸ ਆ ਜਾਂਦੇ ਆ, ਡਾਇਨੋਫਲੈਜੀਲੇਟਸ ਆ ਜਾਂਦੇ ਆ, ਯੂਗਲੀਨਾ, ਪੈਰਾਮੀਸ਼ੀਅਮ, ਅਮੀਬਾ, ਇਹ ਸਾਰੇ ਆ ਜਾਂਦੇ ਆ ਕਿੰਗਡਮ ਪ੍ਰੋਟਿਸਟਾ 'ਚ। ਹੋ ਗਿਆ ਹੈਬੀਟੈਟ। ਚੱਲੀਏ ਅੱਗੇ, ਪ੍ਰੋਟਿਸਟ ਦਾ ਸਟਰਕਚਰ ਕਿੱਦਾਂ ਦਾ ਹੁੰਦਾ। ਠੀਕ ਹੈ, ਸੋ ਤੁਹਾਨੂੰ ਆ ਦੇਖੋ ਇੱਕ ਡਾਇਗਰਾਮ ਮੈਂ ਦਿਖਾਈ ਹੋਈ ਹੈ ਤੁਹਾਡੇ ਕੋਲ, ਯੂਨੀਫਲੈਜੀਲੇਟ, ਇੱਕ ਫਲੈਜੈਲਾ ਵਾਲਾ ਫੋਟੋਸਿੰਥੈਟਿਕ ਪ੍ਰੋਟਿਸਟ ਦਿਖਾਇਆ ਹੋਇਆ, ਹੈ ਨਾ। ਇੱਕ ਉਹ ਦੇਖੋ ਕਿੱਡਾ ਲੰਬਾ ਫਲੈਜੈਲਾ, ਨਹੀਂ ਇੱਕ ਉਹ ਤੁਹਾਨੂੰ ਬੈਕਟੀਰੀਆ ਵਰਗੇ ਨਜ਼ਰ ਆ ਰਹੇ ਆ, ਇਹ ਤੁਹਾਨੂੰ ਕਿਸੇ ਕੋਈ ਐਨੀਮਲ ਵਰਗੇ ਨਜ਼ਰ ਆ ਰਹੇ ਆ, ਨਹੀਂ ਡਿਫਰੈਂਟ ਔਰਗੈਨਿਜ਼ਮ ਹੈਗੇ ਆ। ਓਕੇ, ਠੀਕ ਹੈ। ਸੋ ਮਾਈਕਰੋਸਕੋਪਿਕ ਹੈ, ਯੂਨੀਸੈਲੂਲਰ ਹੈਗੇ ਨੇ, ਹੈ ਨਾ। ਕਲੋਨੀਜ਼ ਵੀ ਬਣਾ ਸਕਦੇ ਆ, ਇਕੱਲਾ ਵੀ ਸੈੱਲ ਜਿਹੜਾ ਹੈਗਾ ਰਹਿ ਸਕਦਾ। ਜ਼ਿਆਦਾ ਕਰਕੇ ਯੂਨੀਸੈਲੂਲਰ ਹੁੰਦੇ ਆ, ਸ਼ੇਪ ਅਲੱਗ-ਅਲੱਗ ਤਰ੍ਹਾਂ ਦੀ ਹੋ ਸਕਦੀ ਹੈ ਪ੍ਰੋਟਿਸਟਸ ਦੀ ਨੈਚੁਰਲੀ, ਹੈ ਨਾ। ਯੂਗਲੀਨਾ ਦੀ ਅਲੱਗ ਹੈ, ਪੈਰਾਮੀਸ਼ੀਅਮ ਦੀ ਅਲੱਗ ਸ਼ੇਪ ਹੈਗੀ ਆ ਨਾ। ਸੈੱਲ ਸਟਰਕਚਰ ਜਿਹੜਾ ਹੈਗਾ ਯੂਕੈਰੀਓਟਿਕ ਹੈਗਾ, ਇਹਦੇ 'ਚ ਪ੍ਰੋਟੋਪਲਾਜ਼ਮ ਜਿਹੜਾ ਹੈਗਾ ਉਹਦੇ ਆਲੇ ਦੁਆਲੇ ਇੱਕ ਅਲੱਗ ਜੀ ਪਲਾਜ਼ਮਾ ਲੈਮਾ ਪ੍ਰੈਜ਼ੈਂਟ ਹੁੰਦੀ ਹੈ। ਸਭ ਤੋਂ ਬਾਹਰ ਵਾਲੀ ਮੈਂਬਰੇਨ ਨੂੰ ਪਲਾਜ਼ਮਾ ਮੈਂਬਰੇਨ ਕਹਿੰਦੇ ਆ, ਹੈ ਨਾ। ਠੀਕ ਹੈ, ਸੋ ਇਹਦੇ ਤੋਂ ਇਲਾਵਾ, ਠੀਕ ਹੈ, ਸੋ ਇਹਦੇ ਵੀ ਬਾਹਰ ਕਿਹੜੀ ਕਵਰਿੰਗ ਪ੍ਰੈਜ਼ੈਂਟ ਹੋ ਸਕਦੀ ਹੈ। ਸੋ ਤੁਹਾਨੂੰ ਉਹਦੀ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਨੇਮ ਪੜ੍ਹ ਲੈਣੇ ਆ ਬਸ। ਠੀਕ ਹੈ, ਪੈਲੀਕਲ, ਕਿਊਟੀਕਲ, ਸ਼ੈਲ ਵੀ ਹੋ ਸਕਦਾ, ਹੈ ਨਾ, ਜਿੱਦਾਂ ਅਸੀਂ ਬੈਕਟੀਰੀਆ ਦੇ ਬਾਹਰ ਪੜ੍ਹਿਆ ਸੀ ਨਾ। ਠੀਕ ਹੈ, ਗਲਾਈਕੋਕੈਲਿਕਸ ਪ੍ਰੈਜ਼ੈਂਟ ਹੁੰਦੀ ਹੈ, ਸਲਾਈਮੀ ਲੇਅਰ ਪ੍ਰੈਜ਼ੈਂਟ ਹੁੰਦੀ ਹੈ ਨਾ। ਇਸੇ ਤਰੀਕੇ ਦੇ ਨਾਲ ਇਹਨਾਂ ਦੇ ਬਾਹਰ ਵੀ ਕਿਊਟੀਕਲ ਵਰਗੀ ਲੇਅਰ ਵੀ ਪ੍ਰੈਜ਼ੈਂਟ ਹੋ ਸਕਦੀ ਹੈ। ਜਿਹੜੀਆਂ ਵੀ ਫੋਟੋਸਿੰਥੈਟਿਕ ਫਾਰਮਸ ਹੈਗੀਆਂ ਨੇ, ਜਿੰਨੇ ਵੀ ਪ੍ਰੋਟਿਸਟ ਫੋਟੋਸਿੰਥਸਿਸ ਕਰਦੇ ਆ, ਉਹਨਾਂ ਦੀ ਸੈੱਲ ਵਾਲ ਜਿਹੜੀ ਹੈਗੀ ਆ ਉਹ ਸੈਲੂਲੋਜ਼ ਦੀ ਬਣੀ ਹੋ ਸਕਦੀ ਹੈ। ਠੀਕ ਹੈ ਜੀ, ਬਹੁਤ ਸਾਰੇ ਔਰਗੇਨੈਲੀਜ਼ ਪ੍ਰੈਜ਼ੈਂਟ ਹੈ, ਜਦ ਕਿ ਬੈਕਟੀਰੀਆ ਦੇ ਵਿੱਚ ਕਿਤੇ ਪੜ੍ਹੇ ਕੋਈ ਔਰਗੇਨੈਲੀਜ਼। ਪ੍ਰੋਟਿਸਟਸ ਦੇ ਵਿੱਚ ਮੈਂਬਰੇਨ ਬਾਉਂਡ ਔਰਗੇਨੈਲੀਜ਼ ਜਿਹੜੇ ਹੈਗੇ ਆ, ਠੀਕ ਹੈ ਜੀ, ਮਾਈਟੋਕੋਂਡਰੀਆ, ਕਲੋਰੋਪਲਾਸਟ, ਠੀਕ ਹੈ, ਸੋ ਗੋਲਜਾਈ ਆਪਰੇਟਸ ਜੋ ਹੈ, ਠੀਕ ਹੈ, ਕ੍ਰੋਮੋਜ਼ੋਮਸ, ਐਂਡੋਪਲਾਜ਼ਮਿਕ ਰੈਟੀਕੂਲਮ, ਰਾਈਬੋਜ਼ੋਮਸ, ਇਹ ਸਾਰੇ ਪ੍ਰੈਜ਼ੈਂਟ ਹੈ। ਓਕੇ, ਠੀਕ ਹੈ। ਫੋਟੋਸਿੰਥੈਟਿਕ ਫਾਰਮਸ ਦੇ ਵਿੱਚ ਥਾਈਲੇਕੁਆਇਡਸ, ਜਿਵੇਂ ਮੈਂ ਤੁਹਾਨੂੰ ਸਾਈਨੋਬੈਕਟੀਰੀਆ 'ਚ ਦਿਖਾਈ ਸੀ ਥਾਈਲੇਕੁਆਇਡਸ, ਉੱਥੇ ਪ੍ਰੈਜ਼ੈਂਟ ਸੀਗੇ ਥਾਈਲੇਕੁਆਇਡਸ, ਹੈ ਨਾ। ਇਸ ਤਰੀਕੇ ਦੇ ਨਾਲ ਨਿਊਕਲੀਅਸ ਹੈਗਾ, ਉਹਦੇ ਅੰਦਰ ਨਿਊਕਲੀਓਲਸ ਹੈ, ਕ੍ਰੋਮੇਟਿਨ ਹੈ, ਪ੍ਰੋਟੀਨਸ ਹੈ, ਨਿਊਕਲੀਅਰ ਇਨਵੈਲਪ ਵੀ ਪ੍ਰੈਜ਼ੈਂਟ ਹੈ। ਜੈਨੇਟਿਕ ਮਟੀਰੀਅਲ ਕੀ ਹੁੰਦਾ ਪ੍ਰੋਟਿਸਟਸ ਦਾ, ਲੀਨੀਅਰ DNA ਹੈ, ਸਮਝਦੇ ਪਏ ਹੋ। ਸਾਈਟੋਪਲਾਜ਼ਮ ਜਿਹੜਾ ਹੈਗਾ, ਠੀਕ ਹੈ, ਸੋ ਉਹ ਮੋਸ਼ਨ ਦੇ ਵਿੱਚ ਰਹਿੰਦਾ, ਉਹਦੇ ਅੰਦਰ ਸਾਈਟੋਪਲਾਜ਼ਮਿਕ ਸਟਰੀਮਿੰਗ ਮੂਵਮੈਂਟਸ, ਹਿਲਦਾ ਰਹਿੰਦਾ ਹੈਗਾ ਸਾਈਟੋਪਲਾਜ਼ਮ ਇਹਦੇ ਅੰਦਰ, ਹੈ ਨਾ। ਮੋਟਾਈਲ ਹੈ ਕਿਉਂਕਿ ਫਲੈਜੈਲਾ ਪ੍ਰੈਜ਼ੈਂਟ ਹੈਗਾ, ਮੂਵ ਕਰ ਸਕਦੇ ਆ ਪ੍ਰੋਟਿਸਟ। ਓਕੇ, ਹੁਣ ਲੋਕੋਮੋਸ਼ਨ ਜਿਹੜੀ ਹੈਗੀ ਹੈ ਪ੍ਰੋਟਿਸਟ ਦੇ ਵਿੱਚ, 3 ਤਰ੍ਹਾਂ ਦੀ ਲੋਕੋਮੋਸ਼ਨ ਜਿਹੜੀ ਹੈਗੀ ਹੈ ਉਹ ਹੋ ਸਕਦੀ ਹੈ। ਠੀਕ ਹੈ, ਸੋ ਸਟਰਕਚਰ ਜਿਹੜੇ ਹੈਗੇ ਪ੍ਰੈਜ਼ੈਂਟ ਹੈਗੇ ਇਹਦੇ ਲਈ। ਲੋਕੋਮੋਸ਼ਨ ਦਾ ਮਤਲਬ ਮੂਵਮੈਂਟ। ਪ੍ਰੋਟਿਸਟ ਕਿਸ ਤਰੀਕੇ ਦੇ ਨਾਲ ਮੂਵ ਕਰਦੇ ਆ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਜਾਂਦੇ ਆ। ਸੋ ਉਹਨਾਂ ਦੇ ਕੋਲ ਫਲੈਜੈਲਾ ਵੀ ਪ੍ਰੈਜ਼ੈਂਟ ਹੈ, ਜਾਂ ਫਿਰ ਕਹਿ ਸਕਦੇ ਹਾਂ ਸੀਲੀਆ ਪ੍ਰੈਜ਼ੈਂਟ ਹੈਗੇ ਆ, ਬ੍ਰਿਗਲਿੰਗ ਮੂਵਮੈਂਟਸ ਵੀ ਕਰਦੇ ਆ, ਮਿਊਸੀਲੇਜ਼ ਪ੍ਰੋਪਲਸ਼ਨ ਮੈਕਾਨਿਜ਼ਮ ਵੀ ਪ੍ਰੈਜ਼ੈਂਟ ਹੈ। ਹੁਣ ਜੇਕਰ ਅਸੀਂ ਸਭ ਤੋਂ ਪਹਿਲਾਂ ਆ ਜਾਈਏ, ਠੀਕ ਹੈ, ਕਿ ਪ੍ਰੋਟਿਸਟ ਦੇ ਕੋਲ ਕੀ ਪ੍ਰੈਜ਼ੈਂਟ ਹੈ, ਸੀਡੋਪੋਡੀਆ। ਤਾਂ ਸੀਡੋਪੋਡੀਆ ਵੀ ਇੱਕ ਤਰ੍ਹਾਂ ਦੇ ਨਹੀਂ ਹੈ, ਯਾਦ ਹੈ ਤੁਹਾਨੂੰ, ਕਿਹਦੇ 'ਚ ਪੜ੍ਹੇ ਸੀਗੇ 10th ਕਲਾਸ 'ਚ, ਕਿਸੇ ਨੇ ਪੜ੍ਹਾਏ ਹੋਣੇ ਆ। ਅਮੀਬਾ ਦੇ ਵਿੱਚ ਵੀ ਸੀ ਨਾ ਸੀਡੋਪੋਡੀਆ ਮਤਲਬ ਫਾਲਸ ਫੁੱਟ। ਅਮੀਬਾ ਫੂਡ ਨੂੰ ਇਸ ਤਰੀਕੇ ਦੇ ਨਾਲ ਕਵਰ ਕਰ ਲੈਂਦਾ, ਐਦਾਂ ਲੱਗਦਾ ਕਿ ਉਹਦੇ ਪੈਰ ਹੈ, ਨਕਲੀ ਪੈਰ, ਹੈ ਨਾ। ਠੀਕ ਹੈ, ਸੋ ਹੁਣ ਅਸੀਂ ਸੀਡੋਪੋਡੀਆ ਪੜ੍ਹਨ ਲੱਗੇ ਹਾਂ ਕਿੰਨੀ ਤਰ੍ਹਾਂ ਦੇ ਹੈ। ਸੋ ਪ੍ਰੋਟਿਸਟ ਆ ਗਈ ਨਾ ਗੱਲ, ਜਿੱਦਾਂ ਕਿ ਅਮੀਬਾ। ਓਕੇ,
ਠੀਕ ਹੈ। ਸੋ ਆਪਣੇ ਸਬਸਟੇਟਮ ਦੇ ਉੱਤੇ ਹੌਲੀ ਹੌਲੀ ਚੱਲੇ ਰਹਿੰਦੇ ਆ। ਠੀਕ ਆ। ਸੋ ਫਿੰਗਰ ਲਾਈਕ ਪ੍ਰੋਜੈਕਸ਼ਨਸ ਜਿਹੜੀਆਂ ਹੈਗੀਆਂ ਫੂਡ ਦੇ ਆਲੇ ਦੁਆਲੇ ਬਣਾ ਲੈਂਦੇ ਆ, ਜਿਹਨੂੰ ਅਸੀਂ ਸੀਡੋਪੋਡੀਆ ਜਾਂ ਫਿਰ ਫਾਲਸ ਫੁੱਟ ਕਹਿੰਦੇ ਆ, ਹੈ ਨਾ। ਇਰਰੈਗੂਲਰ ਸ਼ੇਪ ਦਾ ਹੁੰਦਾ, ਤੁਹਾਨੂੰ ਪਤਾ ਹੀ ਹੈ ਅਮੀਬਾ ਜਿਹੜਾ ਹੈ। ਠੀਕ ਹੈ। ਸੋ ਕੁਛ ਸੈਕਿੰਡ ਦੇ ਵਿੱਚ ਹੀ, ਠੀਕ ਹੈ, ਕਿੰਨਾ ਮੂਵ ਕਰ ਜਾਂਦਾ, 0.2 ਤੋਂ ਲੈ ਕੇ 3 ਮਾਈਕਰੋਮੀਟਰ ਚਲਾ ਜਾਂਦਾ, ਹੈ ਨਾ। ਠੀਕ ਹੈ। ਸੋ ਅਮੀਬਾ ਦੇ ਵਿੱਚ ਵੀ ਅਤੇ ਸਲਾਈਮ ਮੋਲਡਸ ਦੇ ਵਿੱਚ ਵੀ, ਠੀਕ ਹੈ। ਸੋ ਹੋਰ ਬਹੁਤ ਸਾਰੇ ਜਿਹੜੇ ਪ੍ਰੋਟੋਜੋਨਸ ਹੈ ਉਹਨਾਂ ਦੇ ਵਿੱਚ 4 ਤਰ੍ਹਾਂ ਦੇ ਸੀਡੋਪੋਡੀਆ ਜਿਹੜੇ ਆ ਉਹ ਦੇਖੇ ਜਾ ਸਕਦੇ ਆ। ਤੁਹਾਨੂੰ ਡਾਇਗਰਾਮ ਵੀ ਦਿੱਤੀ ਹੋਈ ਹੈ। ਠੀਕ ਹੈ ਜੀ। ਸੋ ਸੀਡੋਪੋਡੀਆ ਕਈ ਤਰ੍ਹਾਂ ਦੇ ਆ, ਲੋਬੋਪੋਡੀਆ, ਫਾਈਲੋਪੋਡੀਆ, ਐਕਸੋਪੋਡੀਆ, ਰੈਟੀਕੁਲੋਪੋਡੀਆ। ਓਕੇ, ਮੈਂ ਕੀ ਪੜ੍ਹਾ ਰਹੀ ਹਾਂ? ਠੀਕ ਹੈ। ਸੋ ਮੈਂ ਪ੍ਰੋਟਿਸਟਸ ਦੇ ਵਿੱਚ ਤੁਹਾਨੂੰ ਤੀਸਰਾ ਕਰੈਕਟਰਿਸਟਿਕ ਪੜ੍ਹਾ ਰਹੀ ਹਾਂ, ਲੋਕੋਮੋਸ਼ਨ। ਲੋਕੋਮੋਸ਼ਨ ਦੇ ਵਿੱਚ ਮੈਂ ਤੁਹਾਨੂੰ ਕੀ ਪੜ੍ਹਾ ਰਹੀ ਹਾਂ? ਸੀਡੋਪੋਡੀਆ। ਠੀਕ ਹੈ। ਸੋ ਸੀਡੋਪੋਡੀਆ ਫਾਲਸ ਫੁੱਟ ਦੀ ਹੈਲਪ ਦੇ ਨਾਲ, ਠੀਕ ਹੈ, ਕਿਸ ਤਰੀਕੇ ਦੇ ਨਾਲ ਪ੍ਰੋਟਿਸਟ ਜਿਹੜੇ ਆ ਅੱਗੇ ਅੱਗੇ ਚੱਲਦੇ ਆ। ਫਿਰ ਲੋਕੋਮੋਸ਼ਨ ਕਿਹਦੇ ਨਾਲ? ਫਲੈਜੈਲਾ ਦੇ ਨਾਲ। ਲੋਕੋਮੋਸ਼ਨ ਕਿਹਦੇ ਨਾਲ? ਸੀਲੀਆ ਦੇ ਨਾਲ। ਅਤੇ ਵਰਿਗਲਿੰਗ ਲੋਕੋਮੋਸ਼ਨ, ਲੋਕੋਮੋਸ਼ਨ ਬਾਏ ਮਿਊਸੀਲੇਜ ਪ੍ਰੋਪਲਸ਼ਨ, ਹੈ ਨਾ। 5 ਤਰੀਕਿਆਂ ਦੀ ਲੋਕੋਮੋਸ਼ਨ ਹੈ ਪ੍ਰੋਟਿਸਟਸ ਦੇ ਅੰਦਰ। ਹੁਣ ਦੇਖ ਲਈਏ ਸੀਡੋਪੋਡੀਆ ਕਿੰਨੀ ਤਰ੍ਹਾਂ ਦੇ ਹੈਗੇ ਆ। ਸਭ ਤੋਂ ਪਹਿਲਾਂ ਆ ਗਏ ਤੁਹਾਡੇ ਕੋਲ ਲੋਬੋਪੋਡੀਆ। ਆਹ ਦੇਖੋ, ਲੋਬ ਲਾਈਕ ਸਟਰਕਚਰ ਪ੍ਰੈਜੈਂਟ ਹੋਏਗਾ। ਸਮਝਦੇ ਪਏ ਹੋ? ਇੱਦਾਂ ਦੇ ਜਿਹੜੇ ਪ੍ਰੋਟਿਸਟ ਹੋਣਗੇ ਨਾ, ਠੀਕ ਹੈ। ਸੋ ਉਹਨਾਂ ਦੇ ਕੋਲ ਕੀ ਹੈ, ਉਹਨਾਂ ਦਾ ਸੀਡੋਪੋਡੀਆ ਕਿੱਦਾਂ ਦਾ ਹੋਏਗਾ? ਲੋਬ ਲਾਈਕ ਸਟਰਕਚਰ ਪ੍ਰੈਜੈਂਟ ਹੋਏਗਾ। ਫਿਲੋਪੋਡੀਆ ਬਿਲਕੁਲ ਫਾਈਨ, ਆਹ ਦੇਖੋ, ਪਤਲੇ ਪਤਲੇ ਧਾਗਿਆਂ ਵਰਗੇ ਸਟਰਕਚਰ ਹੋਣਗੇ, ਟਿਪ ਤੋਂ ਬਿਲਕੁਲ ਗੋਲ ਹੋਣਗੇ। ਐਕਸੋਪੋਡੀਆ ਇਹ ਵੀ ਲੌਂਗ ਸਟਿਫ, ਇਹਨਾਂ ਦੇ ਅੰਦਰ ਪਰ ਇੱਕ ਹਾਰਡ ਐਕਸੀਅਲ ਫਿਲਾਮੈਂਟ ਪ੍ਰੈਜੈਂਟ ਹੋਏਗਾ। ਇਹ ਇੰਨੇ ਹਾਰਡ ਨਹੀਂ ਹੋਣਗੇ, ਫਿਲੋਪੋਡੀਆ ਇੰਨੇ ਸਖਤ ਨਹੀਂ ਹੋਣਗੇ, ਠੀਕ ਹੈ ਨਾ। ਪਰ ਜਿਹੜੇ ਐਕਸੋਪੋਡੀਆ ਹੋਣਗੇ ਨਾ, ਉਹਨਾਂ ਦੇ ਅੰਦਰ ਇੱਕ ਹਾਰਡ ਫਿਲਾਮੈਂਟ ਲਾਈਕ ਸਟਰਕਚਰ ਪ੍ਰੈਜੈਂਟ ਹੁੰਦਾ। ਓਕੇ, ਰੈਟੀਕੁਲੋਪੋਡੀਆ, ਹੈ ਨਾ। ਆ ਨਜ਼ਰ ਆ ਰਹੇ ਤੁਹਾਨੂੰ ਰੈਟੀਕੁਲੋਪੋਡੀਆ, ਹੈ ਨਾ। ਇਹ ਬ੍ਰਾਂਚਡ ਹੁੰਦੇ ਆ, ਲੌਂਗ ਹੁੰਦੇ ਆ, ਨੈਟਵਰਕ ਜਿੱਦਾਂ ਕਿ ਜਾਲਾ ਬਣਿਆ ਹੋਇਆ। ਸੋ ਦੇਖੋ ਕਿੰਨੀ 4 ਤਰ੍ਹਾਂ ਦੇ ਤਾਂ ਸੀਡੋਪੋਡੀਆ ਹੀ ਹੈ ਪ੍ਰੋਟਿਸਟਸ ਦੇ ਅੰਦਰ, ਕੋਈ ਗੱਲ ਨਹੀਂ, ਹੈ ਨਾ। ਨੌਲੇਜ। ਲੋਕੋਮੋਸ਼ਨ ਫਲੈਜੈਲਾ ਦੀ ਹੈਲਪ ਦੇ ਨਾਲ, ਫਲੈਜੈਲਾ ਮੈਂ ਤੁਹਾਨੂੰ ਦਿਖਾਇਆ, ਬਹੁਤ ਲੰਬਾ ਫਲੈਜੈਲਾ ਮੈਂ ਤੁਹਾਨੂੰ ਦਿਖਾਇਆ ਪਿੱਛੇ ਪ੍ਰੈਜ਼ੈਂਟ ਸੀਗਾ ਪ੍ਰੋਟਿਸਟ ਦੇ ਵਿੱਚ। ਹੇਅਰ ਲਾਈਕ ਅਪੈਂਡੇਜਿਸ ਹੈਗੇ ਆ, ਹੈ ਨਾ, ਨੈਚੁਰਲੀ, ਠੀਕ ਹੈ, ਜਿਹੜੇ ਕਿ ਸੈੱਲ ਦੇ ਫ੍ਰੀ ਸਰਫੇਸ ਤੋਂ ਨਿਕਲਦੇ ਆ। ਠੀਕ ਹੈ ਜੀ। ਵਿਪ ਲਾਈਕ, ਹੈ ਨਾ, ਜਿਵੇਂ ਇੱਦਾਂ ਹੰਟਰ ਹੁੰਦਾ, ਇਸ ਸ਼ੇਪ ਦੇ ਫਲੈਜੈਲਾ ਹੁੰਦੇ ਆ। ਸਾਈਜ਼ ਦੇ ਵਿੱਚ, ਲੰਬਾਈ ਦੇ ਵਿੱਚ ਵੇਰੀ ਕਰਦੇ ਆ। ਠੀਕ ਹੈ ਜੀ। 2 ਮਾਈਕਰੋ ਤੋਂ ਲੈ ਕੇ 3 mm ਹੋ ਸਕਦਾ ਇਹਨਾਂ ਦਾ ਸਾਈਜ਼ ਜੋ ਹੈਗਾ, ਹੈ ਨਾ। ਠੀਕ ਹੈ। ਸੋ ਡਾਇਆਮੀਟਰ ਦੇ ਵਿੱਚ ਵੇਰੀ ਕਰ ਸਕਦੇ ਆ। ਇਹਨਾਂ ਦੇ ਵਿੱਚ ਕੀ ਹੈ? ਫਾਈਬਰਿਲਰ ਯੂਨਿਟਸ ਪ੍ਰੈਜ਼ੈਂਟ ਹੈਗੀਆਂ। ਸੋ ਫਾਈਬਰਿਲਸ ਦਾ ਅਰੇਂਜਮੈਂਟ ਮੈਂ ਤੁਹਾਨੂੰ ਦਿਖਾਉਂਦੀ ਹਾਂ। ਆਹ ਫਲੈਜੈਲਾ ਦੇ ਅੰਦਰ ਬੱਚੇ ਫਾਈਬਰਿਲਸ ਦਾ ਅਰੇਂਜਮੈਂਟ ਦਿਖਾਇਆ 9+2, ਹੈ ਨਾ। ਜੇਕਰ ਤੁਸੀਂ ਇਹਨੂੰ ਗਿਣ ਕੇ ਦੇਖੋ ਨਾ, ਸੋ ਪੈਰੀਫਰੀ ਦੇ ਵਿੱਚ ਕੀ ਹੈ? ਫਾਈਬਰਿਲਸ ਪ੍ਰੈਜ਼ੈਂਟ ਹੈ, ਡਬਲੈਟ, ਇੱਕ ਦੇ ਅੰਦਰ 2 ਇਸ ਕਰਕੇ ਇਹਨੂੰ ਡਬਲੈਟ ਕਿਹਾ, ਹੈ ਨਾ। ਅਤੇ ਸੈਂਟਰ ਦੇ ਵਿੱਚ, ਠੀਕ ਹੈ, 2 ਹੀ ਪ੍ਰੈਜ਼ੈਂਟ ਹੈ, ਇਸ ਕਰਕੇ ਫਾਈਬਰਿਲਸ ਦੇ ਇਸ ਅਰੇਂਜਮੈਂਟ ਨੂੰ ਅਸੀਂ ਕੀ ਕਹਿੰਦੇ? ਇਹ ਫਲੈਜੈਲਾ ਦਾ ਸੈਕਸ਼ਨ ਕੱਟ ਕੇ ਦਿਖਾਇਆ ਹੋਇਆ। ਫਾਈਬਰਿਲਰ ਜਿਹੜੇ ਸਟਰਕਚਰਸ ਹੈ ਛੋਟੇ ਛੋਟੇ, ਉਹਨਾਂ ਦਾ ਅਰੇਂਜਮੈਂਟ ਦਿਖਾਇਆ ਹੋਇਆ। 9+2, 9 ਬਾਰ 2 ਅੰਦਰ। ਓਕੇ, ਸੋ ਇਹ ਫਲੈਜੈਲਾ ਦੇ ਅੰਦਰ ਅਰੇਂਜਮੈਂਟ ਦਿਖਾਇਆ ਹੋਇਆ ਬੱਚੇ ਫਾਈਬਰਿਲਰਸ ਦਾ, ਹੈ ਨਾ। ਠੀਕ ਹੈ। ਸੋ ਅੰਡੂਲੇਟਿੰਗ ਮੂਵਮੈਂਟਸ ਕਰਦਾ ਨੈਚੁਰਲੀ ਇਸ ਤਰੀਕੇ ਦੇ ਨਾਲ, ਹੈ ਨਾ। ਕਦੀ ਸਿੱਧਾ ਹੋ ਗਿਆ, ਫਿਰ ਇਹਦੇ 'ਤੇ ਵੱਲ ਪੈ ਗਏ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਫਲੈਜੈਲਾ ਜਿਹੜਾ ਹੈਗਾ ਉਹਦੀ ਮੂਵਮੈਂਟ ਹੁੰਦੀ ਹੈ। ਠੀਕ ਹੈ। ਸੋ ਨੈਚੁਰਲੀ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੋਏਗੀ, ਹੈ ਨਾ। ਠੀਕ ਹੈ। ਸੋ ਫਲੈਜੈਲਾ ਜਿਹੜੇ ਹੈਗੇ ਆ, ਸੋ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਉਹ ਹੋਰ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਗੇ। ਔਰਗੇਨਿਜ਼ਮ ਜਿਹੜਾ ਹੈਗਾ ਉਹ ਅੱਗੇ ਨੂੰ ਮੂਵ ਕਰੇਗਾ। ਓਕੇ, ਠੀਕ ਹੈ। ਸੋ ਅੱਗੇ ਤੁਹਾਡੇ ਕੋਲ ਆ ਗਿਆ ਸੀਲੀਆ ਦੀ ਹੈਲਪ ਦੇ ਨਾਲ। ਸੀਲੀਆ ਤੁਹਾਨੂੰ ਪਤਾ ਹੀ ਬਹੁਤ ਹੀ ਫਾਈਨ ਹੇਅਰ ਲਾਈਕ ਸਟਰਕਚਰ ਪ੍ਰੈਜ਼ੈਂਟ ਹੁੰਦੇ ਆ। ਪੈਰਾਮੀਸ਼ੀਅਮ ਦੇਖਿਆ ਨਾ, ਪੈਰਾਮੀਸ਼ੀਅਮ ਦੀ ਸਾਰੀ ਬੋਡੀ ਦੇ ਉੱਤੇ ਪਤਲੇ ਪਤਲੇ ਹੇਅਰ ਲਾਈਕ ਵਾਲਾਂ ਵਰਗੇ ਬਹੁਤ ਹੀ ਫਾਈਨ ਸਟਰਕਚਰ ਸਾਰੀ ਬੋਡੀ ਦੇ ਉੱਤੇ ਪ੍ਰੈਜ਼ੈਂਟ ਹੈਗੇ ਆ, ਹੈ ਨਾ। ਠੀਕ ਹੈ। ਸੋ ਫਲੈਜੈਲਾ ਦੀ ਤਰ੍ਹਾਂ, ਫਲੈਜੈਲਾ ਤਾਂ ਬਹੁਤ ਲੰਬਾ ਸੀ, ਇਹ ਬਹੁਤ ਛੋਟੇ ਛੋਟੇ ਹੁੰਦੇ ਆ ਨੈਚੁਰਲੀ। ਜੇਕਰ ਇਹ ਛੋਟੇ ਆ ਤਾਂ ਪੂਰੀ ਬੋਡੀ ਦੇ ਉੱਤੇ ਫੈਲੇ ਹੋਏ ਆ, ਇਹਨਾਂ ਦਾ ਨੰਬਰ ਜਿਹੜਾ ਹੈਗਾ ਜ਼ਿਆਦਾ ਹੁੰਦਾ ਸੀਲੀਆ ਦਾ, ਹੈ ਨਾ। ਇਹ ਵੀ ਇੱਕ ਦੂਸਰੇ ਦੇ ਨਾਲ ਕੋਆਰਡੀਨੇਟ ਕਰਦੇ ਆ ਰੋ ਦੇ ਵਿੱਚ। ਠੀਕ ਹੈ। ਜਿਵੇਂ ਕਿ ਬੋਟ ਨੂੰ ਇੱਕ ਚੱਪੂ ਜਿਹੜਾ ਹੈਗਾ ਚਲਾ ਰਿਹਾ ਹੁੰਦਾ ਨਾ, ਇਸੇ ਤਰੀਕੇ ਨਾਲ ਇਹ ਵੀ ਹੌਲੀ ਹੌਲੀ ਬੀਟ ਕਰਦੇ ਰਹਿੰਦੇ, ਸਕਸੈਸ਼ਨ ਦੇ ਵਿੱਚ ਬੀਟ ਕਰਦੇ ਰਹਿੰਦੇ ਆ, ਹੈ ਨਾ। ਸੋ ਇਸ ਤਰੀਕੇ ਜਿੰਨਾ ਪ੍ਰੋਟਿਸਟ ਦੇ ਕੋਲ ਸੀਲੀਆ ਹੁੰਦੇ ਆ ਨਾ, ਉਹਨਾਂ ਨੂੰ ਆਪਾਂ ਸੀਲੀਏਟਸ ਕਹਿ ਦਿੰਦੇ ਆ। ਐਗਜ਼ਾਮਪਲ ਤੁਹਾਡੇ ਕੋਲ ਆ ਗਈ ਪੈਰਾਮੀਸ਼ੀਅਮ। ਅੱਗੇ ਤੁਹਾਡੇ ਕੋਲ ਆ ਗਈ ਪ੍ਰੋਟਿਸਟਸ ਦੇ ਵਿੱਚ ਵਰਿਗਲਿੰਗ ਮੂਵਮੈਂਟਸ, ਹੈ ਨਾ। ਇੱਕ ਵਾਰਮ ਲਾਈਕ ਕੀੜੇ ਵਰਗੀ ਮੂਵਮੈਂਟ ਹੁੰਦੀ, ਜਿੱਦਾਂ ਕੋਈ ਵਾਰਮ ਸੁੰਡੀ ਚੱਲਦੀ ਹੈ ਨਾ, ਇਹ ਉੱਦਾਂ ਦੀ ਮੂਵਮੈਂਟ ਹੈਗੀ ਆ। ਇੱਦਾਂ ਦੇ ਪ੍ਰੋਟਿਸਟਸ ਦੇ ਕੋਲ ਫਲੈਜੈਲਾ ਨਹੀਂ ਹੁੰਦਾ, ਠੀਕ ਹੈ ਨਾ। ਸੋ ਉਹਨਾਂ ਦੀ ਬੋਡੀ ਕੀ ਹੈ? ਉਹਨਾਂ ਦੇ ਵਿੱਚ ਇੱਕ ਵੇਵ ਆਫ ਬੋਡੀ ਥੋੜ੍ਹੀ ਕੰਟਰੈਕਟ ਕਰ ਜਾਂਦੀ ਇਸ ਤਰੀਕੇ ਦੇ ਨਾਲ। ਪਹਿਲਾਂ ਬੋਡੀ ਕੰਟਰੈਕਟ ਕਰ ਜਾਂਦੀ ਨੈਚੁਰਲੀ ਬੱਚੇ, ਜਦੋਂ ਕੰਟਰੈਕਟ ਹੋ ਕੇ ਫਿਰ ਬੋਡੀ ਖੁੱਲ੍ਹੇਗੀ ਤਾਂ ਨੈਚੁਰਲੀ ਬਹੁਤ ਅੱਗੇ ਚਲੀ ਜਾਏਗੀ। ਫਿਰ ਕੰਟਰੈਕਟ ਕਰ ਜਾਏਗੀ ਬੋਡੀ, ਫਿਰ ਖੁੱਲ ਜਾਏਗੀ ਅੱਗੇ ਜਾ ਕੇ। ਸੋ ਕੰਟਰੈਕਸ਼ਨ ਅਤੇ ਐਕਸਪੈਕਸ਼ਨ ਹੁੰਦੀ ਰਹਿੰਦੀ ਹੈ ਬੋਡੀ ਦੀ, ਉਹਨਾਂ ਤੋਂ ਮੂਵਮੈਂਟ ਹੁੰਦੀ ਰਹਿੰਦੀ ਹੈ। ਦੇਖੋ ਲੋਨ ਔਰਗੇਨਿਜ਼ਮਸ ਹੈਗੇ ਆ ਨਾ, ਬੋਡੀ ਨੂੰ ਐਕਸਪੈਂਡ ਕਰ ਸਕਦੇ ਆ। ਲਾਸਟ ਤੁਹਾਡੇ ਕੋਲ ਆ ਗਿਆ ਮਿਊਸੀਲੇਜ ਪ੍ਰੋਪਲਸ਼ਨ। ਕੁਛ ਜਿਹੜੇ ਪ੍ਰੋਟਿਸਟਸ ਹੈਗੇ ਆ
ਜਿੱਦਾਂ ਕਿ ਡਾਇਟਮਸ ਹੈ ਨਾ, ਠੀਕ ਹੈ। ਸੋ ਉਹ ਕਰੀਬ ਘਿਸੜਦੇ ਰਹਿੰਦੇ ਆ, ਰੋਲਿੰਗ ਮੂਵਮੈਂਟਸ ਵੀ ਕਰਦੇ ਰਹਿੰਦੇ, ਗੋਲ 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 ਹੁੰਦੇ ਰਹਿੰਦੇ ਆ, ਹੈ ਨਾ, ਠੀਕ ਹੈ। ਸੋ ਥੋੜ੍ਹਾ ਥੋੜ੍ਹਾ ਉਹ ਕੀ ਹੈ, ਬਹੁਤ ਹੀ ਸੌਫਟ ਲੇਸਲਾ ਪਦਾਰਥ ਛੱਡੀ ਜਾਂਦੇ ਆ, ਹੈ ਨਾ, ਠੀਕ ਹੈ, ਓਪੋਜ਼ਿਟ ਡਾਇਰੈਕਸ਼ਨ 'ਚ, ਠੀਕ ਹੈ ਜੀ। ਉਹ ਲੇਸਲਾ ਪਦਾਰਥ ਆਪਣੀ ਬੋਡੀ ਦੇ ਵਿੱਚ ਓਪੋਜ਼ਿਟ ਡਾਇਰੈਕਸ਼ਨ 'ਚ ਨਿਕਲਦੇ ਆ, ਅਤੇ ਬੋਡੀ ਜਿਹੜੀ ਆ ਉਹ ਅੱਗੇ ਤੋਂ ਅੱਗੇ ਮੂਵ ਕਰੀ ਜਾ ਰਹੀ ਹੈ। ਇਹਨੂੰ ਕਹਿੰਦੇ ਆ ਮਿਊਸੀਲੇਜ਼ ਪ੍ਰੋਪਲਸ਼ਨ, ਹੈ ਨਾ, ਲੇਸਲੇ ਪਦਾਰਥ ਦੀ ਹੈਲਪ ਦੇ ਨਾਲ ਹੀ ਦੇਖੋ ਔਰਗੈਨਿਜ਼ਮ ਮੂਵ ਕਰੀ ਜਾ ਰਹੇ ਆ। ਅਗਲਾ ਕਰੈਕਟਰਿਸਟਿਕ ਤੁਹਾਡੇ ਕੋਲ ਹੁਣ ਆ ਗਿਆ ਨਿਊਟ੍ਰੀਸ਼ਨ, ਹੈ ਨਾ, ਠੀਕ ਹੈ। ਸੋ ਕਿੰਗਡਮ ਪ੍ਰੋਟਿਸਟਾ ਜਿਹੜੀ ਹੈਗੀ ਹੈ, ਇਹਦੇ 'ਚ ਬਿਲਕੁਲ ਅਲੱਗ ਕਿਸਮ ਦੇ ਯੂਨੀਸੈਲੂਲਰ ਔਰਗੈਨਿਜ਼ਮ ਤੁਹਾਨੂੰ ਦੇਖਣ ਦੇ ਲਈ ਮਿਲੇ। ਸੋ ਇਸ ਕਰਕੇ ਫੋਟੋਸਿੰਥੈਟਿਕ, ਹੋਲੋਜੋਇਕ, ਠੀਕ ਹੈ ਜੀ, ਸੈਪਰੋਪਿਕ, ਪੈਰਾਸਿਟਿਕ, ਮਿਕਸੋਟ੍ਰੋਫਿਕ ਨਿਊਟ੍ਰੀਸ਼ਨ, 5 ਤਰ੍ਹਾਂ ਦੀ ਤੁਹਾਨੂੰ ਨਿਊਟ੍ਰੀਸ਼ਨ ਦੇਖਣ ਨੂੰ ਮਿਲੇਗੀ ਕਿੰਗਡਮ ਪ੍ਰੋਟਿਸਟਾ ਦੇ ਵਿੱਚ। ਨੈਚੁਰਲੀ ਫੋਟੋਸਿੰਥੈਟਿਕ ਹੈ, ਸੋ ਉਹਨਾਂ ਦੇ ਕੋਲ ਨੈਚੁਰਲੀ ਪਿਗਮੈਂਟਸ ਹੋਣਗੇ, ਹੈ ਨਾ, ਠੀਕ ਹੈ। ਸੋ ਕਲੋਰੋਫਿਲ ਪਿਗਮੈਂਟ ਹੋਏਗਾ, ਫੋਟੋਸਿੰਥਸਿਸ ਕਰ ਸਕਦੇ ਆ, ਆਪਣਾ ਫੂਡ ਖੁਦ ਬਣਾ ਸਕਦੇ ਆ, ਹੈ ਨਾ, ਸਨਲਾਈਟ ਦੀ ਹੈਲਪ ਦੇ ਨਾਲ, ਜਿਵੇਂ ਕਿ ਡਾਇਨੋਫਲੈਜੀਲੇਟਸ, ਡਾਈਟਮਸ, ਯੂਗਲੀਨੋਇਡਸ, ਯੂਗਲੀਨਾ, ਹੈ ਨਾ। ਹੋਲੋਜੋਇਕ ਮੀਨਸ ਸੋਲਿਡ ਫੂਡ ਲੈ ਲੈਂਦੇ ਆ, ਇਹਦੇ 'ਚ ਤੁਹਾਨੂੰ ਪਤਾ ਹੀ ਹੈ ਅਮੀਬਾ ਆ ਜਾਣਾ, ਇਹ ਤਾਂ ਸਾਰੇ ਬੱਚਿਆਂ ਨੂੰ ਪਤਾ ਕਿ ਅਮੀਬਾ ਦੇ ਵਿੱਚ ਹੋਲੋਜੋਇਕ ਨਿਊਟ੍ਰੀਸ਼ਨ ਹੁੰਦੀ ਹੈ। ਸੈਪਰੋਬਿਕ ਮੀਨਸ ਕਿ ਡੈਡ ਡਿਕੇਇੰਗ ਔਰਗੈਨਿਕ ਮੈਟਰ, ਪ੍ਰੋਟੋਜੋਨਸ ਜਿਹੜੇ ਹੋਏ ਆ, ਮਰੇ ਹੋਏ ਗਲੇ ਸੜੇ ਜਿਹੜੇ ਕੋਈ ਵੀ ਔਰਗੈਨਿਕ ਵੇਸਟ ਪਈ ਹੋਈ ਹੈ, ਠੀਕ ਹੈ ਨਾ, ਉਹਦੇ ਤੋਂ ਆਪਣਾ ਫੂਡ ਲੈ ਲੈਂਦੇ ਆ, ਐਂਜ਼ਾਈਮਸ ਸਕਰੀਟ ਕਰਕੇ, ਹੈ ਨਾ। ਸੋ ਇਹਦੇ 'ਚ ਸਲਾਈਮ ਮੋਲਡਸ ਦੇਖਿਆ ਨਾ, ਮੈਂ ਤੁਹਾਨੂੰ ਟੇਬਲ ਦਿਖਾਇਆ ਹੈਗਾ, ਸੈਕਿੰਡ ਨੰਬਰ ਦੇ ਉੱਤੇ ਪ੍ਰੋਟਿਸਟ ਆ ਜਾਂਦੇ ਸੀ, ਕਿਹੜੇ ਸਲਾਈਮ ਮੋਲਡਸ, ਹੈ ਨਾ, ਇਹ ਸੈਪਰੋਬਿਕ ਹੈ, ਡੈਡ ਔਰਗੈਨਿਜ਼ਮਸ ਤੋਂ ਆਪਣਾ ਫੂਡ ਲੈਂਦੇ ਆ। ਫਿਰ ਮੈਂ ਤੁਹਾਨੂੰ ਦੱਸਿਆ ਸੀ ਪੈਰਾਸਿਟਿਕ, ਬਹੁਤ ਸਾਰੇ ਪ੍ਰੋਟਿਸਟ ਹੈਗੇ ਆ ਜਿਹੜੇ ਕਿ ਦੂਸਰੇ ਔਰਗੈਨਿਜ਼ਮਸ ਦੇ ਅੰਦਰ ਰਹਿ ਕੇ ਉਹਨਾਂ ਤੋਂ ਭੋਜਨ ਲੈਂਦੇ ਰਹਿੰਦੇ ਆ, ਜਿਵੇਂ ਕਿ ਪਲਾਜ਼ਮੋਡੀਅਮ, ਮਲੇਰੀਆ ਕਰ ਦਿੰਦਾ ਨਾ ਪਲਾਜ਼ਮੋਡੀਅਮ ਵਾਈਵੈਕਸ, ਹੈ ਨਾ, ਠੀਕ ਹੈ। ਸੋ ਇਹ ਸਾਡੇ ਅੰਦਰ ਵੀ ਰਹਿੰਦਾ, ਹੈ ਨਾ, ਠੀਕ ਹੈ। ਸੋ ਤੋਂ ਲਾਸਟ ਤੁਹਾਡੇ ਕੋਲ ਆ ਗਈ ਮਿਕਸੋਟ੍ਰੋਫਿਕ ਨਿਊਟ੍ਰੀਸ਼ਨ। ਇਹ ਮੈਂ ਤੁਹਾਨੂੰ ਬਹੁਤ ਐਕਸਪਲੇਨ ਕੀਤੀ ਹੋਈ ਹੈ ਜਦੋਂ ਮੈਂ ਤੁਹਾਨੂੰ ਫਸਟ ਚੈਪਟਰ ਦੇ ਵਿੱਚ ਇਸੇ ਚੈਪਟਰ 'ਚ ਤੁਹਾਨੂੰ ਮੈਂ ਲਿਮੀਟੇਸ਼ਨਸ ਪੜ੍ਹਾਈਆਂ ਸੀ ਕਿ ਯੂਗਲੀਨਾ ਦਾ ਪਤਾ ਹੀ ਨਹੀਂ ਲੱਗਦਾ, ਕਦੀ ਯੂਗਲੀਨਾ ਜਿਹੜਾ ਹੈਗਾ ਖੁਦ ਫੂਡ ਬਣਾਉਣ ਲੱਗ ਪੈਂਦਾ, ਕਦੀ ਉਹ ਐਨੀਮਲਸ ਦੀ ਤਰ੍ਹਾਂ ਦੂਸਰਿਆਂ ਦੇ ਉੱਤੇ ਨਿਰਭਰ ਕਰਦਾ। ਦੋਨੋਂ ਤਰੀਕਿਆਂ ਦੇ ਨਾਲ ਉਹ ਭੋਜਨ ਲੈ ਰਹੇ ਆ, ਖੁਦ ਵੀ ਬਣਾ ਰਹੇ ਆ ਅਤੇ ਦੂਸਰਿਆਂ ਦੇ ਉੱਤੇ ਵੀ ਨਿਰਭਰ ਕਰ ਰਹੇ ਆ। ਤਾਂ ਇਸ ਕਿਸਮ ਦੀ ਨਿਊਟ੍ਰੀਸ਼ਨ ਨੂੰ ਮੈਂ ਕੀ ਕਿਹਾ ਸੀਗਾ, ਮਿਕਸੋਟ੍ਰੋਫਿਕ ਨਿਊਟ੍ਰੀਸ਼ਨ। ਓਕੇ, ਅੱਗੇ ਤੁਹਾਡੇ ਕੋਲ ਆ ਜਾਂਦੀ ਹੈ ਰੀਪਰੋਡਕਸ਼ਨ, ਠੀਕ ਹੈ ਜੀ। ਸੋ ਰੀਪਰੋਡਕਸ਼ਨ ਬੱਚੇ ਏ ਸੈਕਸ਼ੁਅਲ ਵੀ ਹੋ ਸਕਦੀ ਹੈ ਨਾ, ਸੋ ਜਿਹਦੇ 'ਚ ਤੁਹਾਨੂੰ ਪਤਾ ਸੈਕਸ ਔਰਗਨਸ ਦੀ ਜ਼ਰੂਰਤ ਨਹੀਂ ਹੈ। ਬਾਈਨਰੀ ਫਿਸ਼ਨ, ਪੇਰੈਂਟਸ ਇੱਕ ਸਿੰਗਲ ਪੇਰੈਂਟਸ ਸੀ, ਦੋ ਦੇ ਵਿੱਚ ਡਿਵਾਈਡ ਕਰ ਜਾਂਦਾ, ਜਿਵੇਂ ਕਿ ਯੂਗਲੀਨਾ 'ਚ, ਪੈਰਾਮੀਸ਼ੀਅਮ 'ਚ, ਅਮੀਬਾ 'ਚ। ਮਲਟੀਪਲ ਫਿਸ਼ਨ, ਜਿਵੇਂ ਕਿ ਪਲਾਜ਼ਮੋਡੀਅਮ 'ਚ ਮਲਟੀਪਲ ਫਿਸ਼ਨ ਹੁੰਦੀ ਹੈ। ਇੱਕ ਸਿੰਗਲ ਪੇਰੈਂਟ ਜਿਹੜਾ ਹੈਗਾ ਉਹਦੇ ਤੋਂ ਬਹੁਤ ਸਾਰੇ ਡਾਟਰ ਇੰਡੀਵਿਜੂਅਲਸ ਬਣ ਜਾਂਦੇ ਆ। ਬਡਿੰਗ, ਇਹ ਵੀ ਤੁਹਾਨੂੰ ਪਤਾ 10th ਕਲਾਸ 'ਚ ਸਾਰਾ ਪੜ੍ਹਿਆ ਹੋਇਆ, ਪੇਰੈਂਟ ਬੋਡੀ ਦੇ ਉੱਤੇ ਬਡ ਲਾਈਕ ਸਟਰਕਚਰਸ ਉਗ ਜਾਂਦੇ ਆ, ਉਹੀ ਜਦੋਂ ਸੈਪਰੇਟ ਹੋ ਜਾਂਦੇ ਆ ਪੇਰੈਂਟਸ ਤੋਂ ਤੇ ਨਿਊ ਇੰਡੀਵਿਜੂਅਲ ਬਣ ਜਾਂਦਾ। ਇਹ ਤੁਹਾਨੂੰ ਫਸਟ ਚੈਪਟਰ 'ਚ ਵੀ ਕਰਵਾਇਆ ਹੋਇਆ। ਸਪੋਰ ਫੋਰਮੇਸ਼ਨ, ਹੈ ਨਾ, ਠੀਕ ਹੈ। ਸੋ ਸੁਪਰੈਂਜੀਆ ਬਣ ਜਾਂਦੇ ਆ ਸਲਾਈਮ ਮੋਲਡਸ ਦੇ ਵਿੱਚ ਸਪੋਰਸ ਦੀ ਮਦਦ ਦੇ ਨਾਲ, ਠੀਕ ਹੈ ਜੀ। ਸੋ ਸਪੋਰਸ ਫਿਰ ਜਰਮੀਨੇਟ ਕਰਨਾ ਸ਼ੁਰੂ ਕਰ ਦਿੰਦੇ ਆ ਅਤੇ ਨਿਊ ਸਲਾਈਮ ਮੋਲਡਸ ਬਣ ਜਾਂਦੇ ਆ। ਇਹ ਸੀ, ਠੀਕ ਹੈ, 5 ਟਾਈਪਸ ਇਹ ਸੈਕਸ਼ੂਅਲ ਰਿਪਰੋਡਕਸ਼ਨ ਦੀਆਂ। ਸੈਕਸ਼ੂਅਲ ਰਿਪਰੋਡਕਸ਼ਨ ਕਿੱਦਾਂ ਦੀ ਹੋਏਗੀ ਹੁਣ ਪ੍ਰੋਟਿਸਟਸ ਦੇ ਵਿੱਚ, ਹੈ ਨਾ, ਠੀਕ ਹੈ। ਸੋ ਸੈਕਸ਼ੂਅਲ ਰਿਪਰੋਡਕਸ਼ਨ ਜਿਹੜੀ ਹੈਗੀ ਆ, ਸੋ ਪ੍ਰਿਮਿਟਿਵ ਪ੍ਰੋਟਿਸਟਸ ਹੈਗੇ ਨੇ, ਇਸ ਕਰਕੇ ਇਹਦੇ 'ਚ ਮਿਓਸਿਸ ਹੁੰਦੀ ਹੈ, ਸਿਨਗੈਮੀ ਵੀ ਹੁੰਦੀ ਹੈ, ਠੀਕ ਹੈ। ਮਿਓਸਿਸ ਦੇ ਦੌਰਾਨ ਕ੍ਰੋਮੋਸੋਮ ਨੰਬਰ ਜਿਹੜਾ ਹੈਗਾ ਪੇਰੈਂਟਸ ਦਾ ਰਿਡਿਊਸ ਹੋ ਜਾਂਦਾ, ਸਾਡੀ ਤਰ੍ਹਾਂ ਹੀ ਹਾਫ ਰਹਿ ਜਾਂਦਾ ਗੈਮੀਟਸ ਦੇ ਕੋਲ, ਠੀਕ ਹੈ ਜੀ। ਸਿੰਗਲ ਕ੍ਰੋਮੋਸੋਮ ਹੀ ਚਲੇ ਜਾਂਦੇ ਆ, ਨਹੀਂ, ਠੀਕ ਹੈ। ਕ੍ਰੋਮੋਸੋਮਸ ਦੋ ਗੈਮੀਟਸ ਮਿਲ ਕੇ ਜਾਈਗੋਟ ਬਣਾਉਂਦੇ ਆ, ਅਤੇ ਤੁਹਾਨੂੰ ਪਤਾ ਹੀ ਜਦੋਂ ਫਿਊਜ਼ਨ ਆਫ ਗੈਮੀਟਸ ਹੁੰਦਾ ਉਹਨੂੰ ਅਸੀਂ ਕਹਿੰਦੇ ਸਿਨਗੈਮੀ, ਹੈ ਨਾ, ਠੀਕ ਹੈ। ਸੋ 10th ਕਲਾਸ ਦੇ ਵਿੱਚ ਵੀ ਰੀਪਰੋਡਕਸ਼ਨ ਵਾਲੇ ਲੈਸਨ ਦੇ ਵਿੱਚ ਪੜ੍ਹਿਆ ਹੋਇਆ, ਜਦੋਂ ਦੋ ਗੈਮੀਟਸ ਫਿਊਜ਼ ਕਰਦੇ ਆ ਉਹਨੂੰ ਕਹਿੰਦੇ ਸਿਨਗੈਮੀ। ਅੱਛਾ, ਹੁਣ ਬੱਚੇ, ਹੁਣ ਜਿਹੜੀ ਸਿਨਗੈਮੀ ਹੈ ਇਹਦੀਆਂ ਟਾਈਪਸ ਹੋ ਸਕਦੀਆਂ ਕਿ ਜੇ ਗੈਮੀਟਸ ਜਿਹੜੇ ਆਪਸ 'ਚ ਫਿਊਜ਼ ਕਰ ਰਹੇ ਆ, ਜੇਕਰ ਤਾਂ ਉਹ ਬਾਹਰੋਂ ਦੇਖਣ ਦੇ ਵਿੱਚ ਸਟਰਕਚਰ 'ਚ ਫੰਕਸ਼ਨ ਦੇ ਵਿੱਚ ਇੱਕ ਜਿਹਾ, ਉਦੋਂ ਅਸੀਂ ਉਹਨੂੰ ਕਹਿੰਦੇ ਆ ਆਈਸੋਗੈਮੀ। ਜੇਕਰ ਗੈਮੀਟਸ ਜਿਹੜੇ ਹੈਗੇ ਆ ਉਹ ਬਿਲਕੁਲ ਡਿਫਰ ਹੈ, ਸਾਈਜ਼ ਦੇ ਵਿੱਚ, ਮੋਟਿਲਿਟੀ ਦੇ ਵਿੱਚ, ਦੇਖਣ ਦੇ ਵਿੱਚ ਬਿਲਕੁਲ ਡਿਫਰੈਂਟ ਹੈ, ਉਦੋਂ ਅਸੀਂ ਸਿਨਗੈਮੀ ਨੂੰ ਕੀ ਕਹਿੰਦੇ ਆ, ਅਨੀਸੋਗੈਮੀ। ਅਤੇ ਓਗੈਮੀ ਕਦੋਂ ਕਹਿੰਦੇ ਆ, ਜਦੋਂ ਲਾਰਜ ਨੋਨ ਮੋਟਾਈਲ ਗਮੀਟ ਹੈ ਉਹ ਫਰਟੀਲਾਈਜ਼ਡ ਕੀਤਾ ਜਾਂਦਾ ਇੱਕ ਸਮਾਲ ਮੋਟਾਈਲ ਗਮੀਟਸ ਦੇ ਨਾਲ, ਠੀਕ ਹੈ। ਤਾਂ ਉਦੋਂ ਅਸੀਂ ਉਸ ਕਿਸਮ ਦੀ ਸਿਨਗੈਮੀ ਨੂੰ ਕੀ ਕਹਿੰਦੇ ਆ, ਓਗੈਮੀ। ਓਕੇ, ਠੀਕ ਹੈ। ਸੋ ਸਿਨਗੈਮੀ ਦੀਆਂ ਵੀ ਟਾਈਪਸ ਹੈ। ਸਿਨਗੈਮੀ ਮੀਨਸ ਫਿਊਜ਼ਨ ਆਫ ਦਾ ਗੈਮੀਟਸ, ਮੇਲ ਅਤੇ ਫੀਮੇਲ ਗਮੀਟ ਦਾ ਫਿਊਜ਼ਨ, ਠੀਕ ਹੈ। ਅੱਛਾ, ਜੇਕਰ ਦੋਨੋਂ ਗਮੀਟਸ ਇੱਕ ਜਿਹੇ ਹੈ ਤਾਂ ਉਦੋਂ ਅਸੀਂ ਸਿਨਗੈਮੀ ਨੂੰ ਕਹਿੰਦੇ ਆਈਸੋਗੈਮੀ। ਜੇਕਰ ਦੋਨੋਂ ਗੈਮੀਟਸ ਦੇਖਣ ਦੇ ਵਿੱਚ ਬਿਲਕੁਲ ਡਿਫਰੈਂਟ ਹੈ ਉਦੋਂ ਅਸੀਂ ਕਹਿੰਦੇ ਅਨੀਸੋਗੈਮੀ। ਅਤੇ ਜਦੋਂ ਕੀ ਹੈ ਇੱਕ ਗਮੀਟ ਕਹਿ ਲਓ ਕਿ ਫੀਮੇਲ ਗਮੀਟ ਸਾਈਜ਼ ਦੇ ਵਿੱਚ ਬਹੁਤ ਵੱਡਾ ਲਾਰਜ ਹੈ ਅਤੇ ਉਹਨੂੰ ਕੋਈ ਛੋਟਾ ਮੋਟਾਈਲ ਗਮੀਟ ਫਿਊਜ਼ ਕਰਨ, ਉਹਦੇ ਨਾਲ ਫਿਊਜ਼ ਹੋਣ ਆ ਰਿਹਾ, ਉਦੋਂ ਅਸੀਂ ਕਹਿੰਦੇ ਓਗੈਮੀ। ਹੁਣ ਤੁਸੀਂ ਇਹਨੂੰ ਆਪਣੇ ਨਾਲ ਕੰਪੇਅਰ ਨਹੀਂ ਕਰਨਾ, ਇਹ ਲੋਅਰ ਔਰਗੈਨਿਜ਼ਮਸ ਹੈ, ਪਰ ਦੇਖੋ ਬੈਕਟੀਰੀਆ ਨਾਲੋਂ ਫਿਰ ਵੀ ਇਸ ਕਿੰਗਡਮ ਪ੍ਰੋਟਿਸਟਾ ਦੇ ਵਿੱਚ ਐਡਵਾਂਸਮੈਂਟ ਹੈ।
ਸੋ ਤੁਸੀਂ ਟੇਬਲ ਦੇਖ ਕੇ ਇੱਕ ਵਾਰੀ ਇਹਨਾਂ ਮੈਂਬਰਸ ਨੂੰ ਜ਼ਰੂਰ ਦੇਖਣਾ ਹੈ, ਠੀਕ ਹੈ। ਫੋਟੋਸਿੰਥੈਟਿਕ ਪ੍ਰੋਟਿਸਟਸ, ਸਲਾਈਮ ਮੋਲਡਸ ਐਂਡ ਪ੍ਰੋਟੋਜੋਨ ਪ੍ਰੋਟਿਸਟਸ, ਓਕੇ। ਸੋ ਇਹਨਾਂ ਮੈਂਬਰਸ ਨੂੰ ਤੁਸੀਂ ਦੇਖਣਾ। ਜਨਰਲ ਕਰੈਕਟਰਿਸਟਿਕਸ ਮੈਂ ਤੁਹਾਨੂੰ ਕਿੰਗਡਮ ਪ੍ਰੋਟਿਸਟਾ ਦੇ ਪੜ੍ਹਾ ਦਿੱਤੇ ਆ। ਅੱਜ ਮੈਂ ਤੁਹਾਨੂੰ ਕਿੰਗਡਮ ਫੰਜਾਈ ਦਾ ਚਾਰਟ ਪਾਣਾ। ਨੈਕਸਟ ਸਾਡੀ ਕਿੰਗਡਮ ਫੰਜਾਈ ਸ਼ੁਰੂ ਹੋਣੀ ਹੈ, ਉਹ ਤੁਸੀਂ ਹੁਣ ਡਰਾ ਕਰ ਲੈਣਾ ਹੈ।